ਅੱਜਕੱਲ ਦੀ ਭੱਜ ਨੱਠ ਵਾਲੀ ਜ਼ਿੰਦਗੀ ਦੇ ਵਿੱਚ ਇਨਸਾਨ ਤਣਾਅ ਦੇ ਨਾਲ ਜੂਝ ਰਿਹਾ ਹੈ। ਕਈ ਅਜਿਹੇ ਰੋਗਾਂ ਦੇ ਨਾਲ ਵੀ ਜੂਝ ਰਿਹਾ ਹੈ ਜਿਸ ਕਾਰਨ ਕਈ ਵਾਰ ਸਿੱਧੇ ਤੌਰ ਦੇ ਉੱਤੇ ਤੁਹਾਡੇ ਰਿਸ਼ਤਿਆਂ ਦੇ ਉੱਤੇ ਅਸਰ ਪੈਂਦਾ ਹੈ, ਇੱਥੋਂ ਤੱਕ ਕਿ ਘਰ ਵੀ ਟੁੱਟ ਜਾਂਦਾ ਹੈ। ਇਨਸਾਨ ਆਪਣੇ ਪਿਛਲੇ ਸਾਰੀਆਂ ਖੁਰਾਕਾਂ ਨੂੰ ਭੁੱਲ ਚੁੱਕਾ। ਪੀਜੇ, ਬਰਗਰ, ਨਿਊਡਲ, ਚਾਂਪਾਂ, ਮੈਦੇ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਇਸਤੇਮਾਲ ਕਰਨ ਲੱਗ ਪਿਆ, ਤਲੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨ ਲੱਗ ਪਿਆ। ਜਿਹੜੀਆਂ ਕੁਦਰਤੀ ਚੀਜ਼ਾਂ ਸੀ, ਦੁੱਧ, ਘਿਓ, ਮੱਖਣ, ਲੋਕੀ ਬਦਾਮਾਂ ਦੀਆਂ ਗਿਰੀਆਂ ਭਿਉਂ ਕੇ ਖਾਂਦੇ ਸੀ, ਹੋਰ ਵਰਜਿਸ਼ ਕਰਦੇ ਸੀ। ਅੱਜ ਕੱਲ੍ਹ ਸਭ ਕੁਝ ਅਸੀਂ ਭੁੱਲ ਚੁੱਕੇ ਹਾਂ। ਉੱਥੇ ਬਿਸਤਰੇ 'ਤੇ ਹੀ ਰੋਟੀ ਖਾਂਦੇ ਹਾਂ ਅਤੇ ਉੱਥੇ ਹੀ ਲੰਮੇ ਪੈ ਜਾਂਦੇ ਹਾਂ। ਹੁਣ ਦੁੱਧ ਬੱਚੇ ਜਿਹੜੇ ਆ ਉਹ ਮਾਂ ਪਿਓ ਨੂੰ ਕਹਿੰਦੇ ਇਹਨੂੰ ਪੁਣ ਕੇ ਦਿਓ, ਮਲਾਈ ਪੁਣ ਕੇ ਦਿਓ, ਦੁੱਧ ਨਹੀਂ ਪੀਂਦੇ। ਦੁੱਧ ਦੇ ਵਿੱਚ ਹੀ ਦਹੀਂ ਆ, ਦੁੱਧ ਦੇ ਵਿੱਚ ਹੀ ਮੱਖਣ ਆ, ਦੁੱਧ ਵਿੱਚ ਹੀ ਘਿਓ ਦੀ ਤਾਕਤ ਆ। ਦੁੱਧ ਨੂੰ ਪੀਣਾ ਬਹੁਤ ਜ਼ਰੂਰੀ ਆ। ਇਹ ਸਰਦ ਚੀਨੀ ਆ, ਸਰਦ ਚੀਨੀ ਜਿਹੜੀ ਆ ਠੰਡੀ ਹੁੰਦੀ ਹੈ, ਇਹਦੀ ਤਸੀਰ ਠੰਡੀ ਆ। ਇਹ ਜਿਹੜੀ ਸਰਦ ਚੀਨੀ ਦੇ ਨਾਲ ਸਾਡੇ ਅੰਦਰ ਜਿਹੜੀ ਗਰਮੀ ਆ ਮਸਾਲੇ 'ਚ, ਜਿਗਰ 'ਚ, ਇਹ ਉਹਨੂੰ ਠੀਕ ਕਰਨ ਵਾਸਤੇ ਬਹੁਤ ਲਾਭਕਾਰੀ ਹੈ। ਅੱਜ ਨੌਜਵਾਨਾਂ ਦੀ ਗੱਲ ਕਰ ਰਹੀਏ, ਬਜ਼ੁਰਗਾਂ ਦੀ ਗੱਲ ਕਰ ਰਹੀਏ, ਭੈਣਾਂ ਦੀ ਗੱਲ ਕਰ ਰਹੀਏ ਤਾਂ ਬਹੁਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ। ਸਰੀਰਕ ਤੌਰ ਦੇ ਉੱਤੇ ਮੈਡੀਕਲੀ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ, ਵਾਂਝਪਨ ਤੱਕ ਦੀ ਸਮੱਸਿਆ ਆ ਜਾਂਦੀ, ਘਰ ਤੱਕ ਵੀ ਟੁੱਟ ਜਾਂਦੇ ਨੇ। ਵਾਕਈ ਇੱਦਾਂ ਦੇ ਹਾਲਾਤ ਹੈਗੇ ਨੇ, ਮਹਿਸੂਸ ਕਰਦੇ ਹੋ? ਜਦੋਂ ਖੁਰਾਕ ਹੀ ਸਹੀ ਨਹੀਂ ਖਾਣੀ ਤੇ ਇਹ ਤਾਂ ਸਭ ਕੁਝ ਹੋਣਾ। ਜੇ ਸਰੀਰ 'ਚ ਤਾਕਤ ਹੋਊਗੀ ਤੇ ਅਸੀਂ ਜੋ ਤੰਦਰੁਸਤ ਰਵਾਂਗੇ। ਉਹ ਇੱਕ ਪਾਸੇ ਤਾਂ ਆਪਾਂ ਜੰਕ ਫੂਡ, ਬਰਗਰ, ਪੀਜ਼ੇ, ਰੋਟੀ ਦੇ ਟਾਈਮ ਤੱਕ ਤਾਂ ਪਹਿਲਾਂ ਰੱਜ ਜਾਂਦੇ ਆਪਾਂ ਇਹ ਚੀਜ਼ਾਂ ਖਾ ਕੇ, ਔਰ ਫਿਰ ਇਹਦਾ ਅਸਰ ਇੰਨਾ ਗੰਭੀਰ ਸਿੱਟਾ ਨਿਕਲਦਾ ਹੈ ਵੀ ਜਦੋਂ ਫਿਰ ਅਸੀਂ ਆਪਣੇ ਪਰਿਵਾਰ ਤੱਕ ਨਹੀਂ ਵਧਾ ਪਾਉਂਦੇ ਆ। ਮੈਦੇ ਵਾਲੀਆਂ ਜਿੰਨੀਆਂ ਚੀਜ਼ਾਂ ਨਾ ਉਹ ਸਾਡੇ ਨਾੜਾਂ ਦੇ ਵਿੱਚ ਜੰਮ ਜਾਂਦੀਆਂ, ਉਹ ਪਚਦੀਆਂ ਛੇਤੀ ਨਹੀਂ। ਉਹਨਾਂ ਨੂੰ ਤਲਿਆ ਖਾਣਾ, ਸਮੋਸੇ, ਨਿਊਡਲ ਖਾਣੇ, ਬਰਗਰ ਖਾਣੇ, ਪੀਜ਼ੇ ਖਾਣੇ, ਇਹ ਸਵਾਦ ਤਾਂ ਬੜੇ ਲੱਗਦੇ ਆ, ਪਰ ਇਹਨਾਂ ਦੇ ਨੁਕਸਾਨਾਂ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ। ਕਿਸੇ ਮਰਦ ਨੂੰ ਕੋਈ ਪ੍ਰੋਬਲਮ ਆ ਗਈ ਮੈਡੀਕਲ ਤੌਰ ਦੇ ਉੱਤੇ ਤਾਂ ਕਈ ਵਾਰ ਬੰਦਾ ਮਹਿੰਗੇ ਇਲਾਜ ਨਹੀਂ ਕਰ ਪਾਉਂਦਾ, ਸ਼ਾਰਟਕੱਟ ਤਰੀਕੇ, ਗਲਤ ਦਵਾਈਆਂ ਖਾ ਲੈਂਦਾ, ਸਰੀਰ ਨੂੰ ਨੁਕਸਾਨ ਹੋ ਜਾਂਦਾ। ਪਰ ਅਸਲ ਦੇ ਵਿੱਚ ਫਿਰ ਉਹਨਾਂ ਨੂੰ ਕਰਨਾ ਕੀ ਚਾਹੀਦਾ ਹੈ? ਅਸੀਂ ਸਲਾਦ ਦਾ ਬਿਲਕੁਲ ਇਸਤੇਮਾਲ ਨਹੀਂ ਕਰਦੇ। ਸਾਨੂੰ ਖਾਣਾ ਖਾਣ ਤੋਂ ਪਹਿਲਾਂ ਸਲਾਦ ਲੈਣਾ ਚਾਹੀਦਾ ਬਿਨਾਂ ਨਮਕ ਤੋਂ। ਜੇ ਪਹਿਲਾਂ ਨਹੀਂ ਲੈ ਸਕਦੇ ਤਾਂ ਖਾਣੇ ਨਾਲ ਤਾਂ ਜ਼ਰੂਰ ਲੈਣਾ ਚਾਹੀਦਾ। ਥੋੜ੍ਹਾ ਬਹੁਤਾ ਜੇ ਹੋ ਸਕੇ ਜਿੰਨੀ ਗੁੰਜਾਇਸ਼ ਆ, ਫਰੂਟ ਖਾਣਾ ਚਾਹੀਦਾ। ਆਪਾਂ ਕਹਿੰਦੇ ਵੀ ਵੈਦ ਤਾਂ ਰਸੋਈ ਦੇ ਵਿੱਚੋਂ ਇਲਾਜ ਕਰ ਦਿੰਦੇ ਸੀਗੇ ਹਰ ਬਿਮਾਰੀ ਦਾ। ਸਾਡੀ ਰਸੋਈ ਦੇ ਵਿੱਚ ਹੀ ਇੰਨਾ ਸਮਾਨ ਹੁੰਦਾ। ਪੇਸ਼ੈਂਟ ਕਹਿੰਦਾ ਕਿ ਗੋਲੀ ਮੇਰੀ ਤਲੀ ਤੇ ਹੋਏ ਤਾਂ ਮੈਨੂੰ ਆਰਾਮ ਆ ਜਾਏ, ਜਿਹੜਾ ਕਿ ਨੁਕਸਾਨਦੇਹ ਆ। ਅੱਜ ਵੇਖਿਆ ਮੈਂ ਬਹੁਤ ਲੋਕ ਜਿਹੜੇ ਬੁਖਾਰ ਦੀ ਦਵਾਈ ਲੈ ਕੇ ਜਾਂਦੇ ਆ, 2 ਘੰਟੇ ਬਾਅਦ ਕਹਿੰਦੇ ਬੁਖਾਰ ਤਾਂ ਲੱਥਾ ਵੀ ਨਹੀਂ, ਫਿਰ ਚੱਲ ਜਾਂਦੇ ਡਾਕਟਰ ਕੋਲ, ਫਿਰ ਸ਼ਾਮ ਤੱਕ ਕਹਿੰਦੇ ਲੱਥਾ ਵੀ ਨਹੀਂ। ਜਿੰਨੀ ਛੇਤੀ ਬਿਮਾਰੀ ਨੂੰ ਹਟਾਓਗੇ ਉਹ ਉਨੀ ਛੇਤੀ ਮੁੜ ਕੇ ਫੇਰ ਆਏਗੀ। ਇਸ ਕਰਕੇ ਇਹਦਾ ਇਲਾਜ ਸਲੋ ਕਰਨਾ ਚਾਹੀਦਾ। ਜੀਰਾ ਸਾਡੀ ਰਸੋਈ 'ਚ ਹੁੰਦਾ, ਸੇਂਦਾ ਲੂਣ ਹੁੰਦਾ, ਹਿੰਗ ਹੁੰਦੀ ਆ, ਮਗਾ ਹੁੰਦੀਆਂ, ਅਜਵੈਣ ਹੁੰਦੀ ਆ, ਸੌਂਫ ਹੁੰਦੀ ਆ। ਇਹਨਾਂ ਨੂੰ ਅਸੀਂ ਥੋੜ੍ਹਾ ਥੋੜ੍ਹਾ ਮਿਲਾ ਲਈਏ। ਅਜਵੈਣ ਹੁੰਦੀ ਆ, ਇਹਨਾਂ ਨੂੰ ਮਿਲਾ ਕੇ ਕੁੱਟ ਕੇ ਰੱਖ ਲਓ। ਰੋਟੀ ਤੋਂ ਬਾਅਦ ਅੱਧਾ ਚਮਚ ਰੋਜ਼ ਲਓ। ਇੱਕ ਤੁਹਾਡਾ ਹਾਜ਼ਮਾ ਠੀਕ ਹੋਏਗਾ, ਇੱਕ ਪਾਚਨ ਸ਼ਕਤੀ ਠੀਕ ਹੋਏਗੀ, ਤੁਹਾਡਾ ਪੇਟ ਵੀ ਚੰਗੀ ਤਰ੍ਹਾਂ ਸਾਫ਼ ਹੋਏਗਾ। ਜੋ ਅਸੀਂ ਖਾਂਦੇ ਹਾਂ ਸਾਡੇ ਇਸ ਲਿਵਰ 'ਚ ਜਾਂਦਾ, ਇਹ ਇੱਕ ਗਟਰ ਆ। ਇਹ ਕਹਿੰਦੇ ਗਟਰ ਸਾਫ਼ ਬਿਮਾਰੀ ਮਾਰ। ਅਸੀਂ ਇਹਨੂੰ ਨਾ ਸਾਫ਼ ਕਰਦੇ ਆ ਅਤੇ ਨਾ ਹੀ ਇਹਦਾ ਧਿਆਨ ਕਰਦੇ ਆ ਵੀ ਇਹਦੇ ਵਿੱਚ ਜਿਹੜੀ ਚੀਜ਼ ਗਈ ਆ, ਅਸੀਂ ਵਾਧੂ ਘਾਟੂ ਚੀਜ਼ਾਂ ਖਾਧੀਆਂ, ਉਹਨੂੰ ਪਹੁੰਚਾਉਣ ਵਾਸਤੇ ਕੋਈ ਲਈਏ। ਇਹ ਇੱਕ ਸਮੱਸਿਆ ਜਿਹੜੀ ਗੋਡਿਆਂ ਦੀ ਸਮੱਸਿਆ ਬਹੁਤ ਹੈ, ਗੋਡੇ ਦਰਦਾਂ ਦੀ। ਚਾਹੇ ਨੌਜਵਾਨ ਵੀ ਕਹੀ ਜਾਂਦੇ ਗੋਡੇ ਦਰਦ ਨੇ, ਬਜ਼ੁਰਗ ਵੀ ਕਹੀ ਜਾਂਦੇ ਗੋਡੇ ਦਰਦ ਨੇ। ਇਹਨਾਂ ਵਾਸਤੇ ਕੀ ਕਰਨਾ? ਕਿ ਸਾਡੀ ਖੁਰਾਕ ਨੇ ਸਭ ਕੁਝ ਵਿਗਾੜਿਆ। ਗੋਡਿਆਂ ਵਿੱਚ ਜ਼ਖਣੀ ਨਹੀਂ ਬਣਦੀ। ਦੂਸਰੀ ਗੱਲ ਹੈ ਯੂਰਿਕ ਐਸਿਡ ਵਧਿਆ ਹੁੰਦਾ, ਜਿਹੜਾ ਕਿ ਐਸਿਡ ਮੈਨੇ ਤੇਜ਼ਾਬੀ ਮਾਦਾ ਵੱਧ ਜਾਂਦਾ, ਉਹ ਸਾਡੇ ਇੱਕ ਇੱਕ ਜੋੜ 'ਚ ਜਾ ਕੇ ਉੱਥੋਂ ਜ਼ਖਣੀ ਨੂੰ ਕੱਢ ਦਿੰਦਾ ਤੇਜ਼ਾਬ। ਗੋਡਿਆਂ ਦੇ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਆ, ਗੋਡੇ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਗੋਡਿਆਂ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ, ਗੋਡਿਆਂ ਵਿੱਚ ਸਵੈਲਿੰਗ ਆ ਜਾਂਦੀ, ਸੋਜ ਆ ਜਾਂਦੀ ਆ, ਗੋਡਿਆਂ 'ਚ ਗੈਪ ਪੈ ਜਾਂਦਾ। ਜਿਨ੍ਹਾਂ ਨੂੰ ਯੂਰਿਕ ਐਸਿਡ ਆ ਉਹਨਾਂ ਨੂੰ ਛਿੱਲੜ ਵਾਲੀਆਂ ਦਾਲਾਂ ਨਹੀਂ ਖਾਣੀਆਂ ਚਾਹੀਦੀਆਂ। ਚਾਵਲ, ਕੜੀ, ਰਾਜਮਾ, ਕਾਲੇ ਛੋਲੇ, ਪਨੀਰ, ਸਾਗ,
ਇਹੋ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਨਹੀਂ ਤੇ ਉਹਨਾਂ ਨੂੰ ਜਿਸ ਤਰ੍ਹਾਂ ਸ਼ੂਗਰ ਦੀ ਸਾਰੀ ਉਮਰ ਦਵਾਈ ਖਾਣੀ ਪੈਂਦੀ ਆ, ਯੂਰਿਕ ਐਸਿਡ ਵਾਲੇ ਨੂੰ ਵੀ ਸਾਰੀ ਉਮਰ ਦਵਾਈ ਖਾਣੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਕੱਲ੍ਹ ਦੀ ਭੱਜ ਨੱਠ ਵਾਲੀ ਜ਼ਿੰਦਗੀ ਦੇ ਵਿੱਚ ਇਨਸਾਨ ਤਣਾਅ ਦੇ ਨਾਲ ਜੂਝ ਰਿਹਾ ਹੈ, ਕਈ ਅਜਿਹੇ ਰੋਗਾਂ ਦੇ ਨਾਲ ਵੀ ਜੂਝ ਰਿਹਾ ਹੈ ਜਿਸ ਕਾਰਨ ਕਈ ਵਾਰ ਸਿੱਧੇ ਤੌਰ ਦੇ ਉੱਤੇ ਤੁਹਾਡੇ ਰਿਸ਼ਤਿਆਂ ਦੇ ਉੱਤੇ ਅਸਰ ਪੈਂਦਾ, ਇੱਥੋਂ ਤੱਕ ਕਿ ਘਰ ਵੀ ਟੁੱਟ ਜਾਂਦੇ ਨੇ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਮੇਂ-ਸਮੇਂ ਦੇ ਉੱਤੇ ਜਿੱਥੇ ਤੁਹਾਨੂੰ ਮਾਹਰ ਡਾਕਟਰਾਂ ਦੇ ਨਾਲ ਰੂਬਰੂ ਕਰਵਾਈਦਾ, ਤਾਂ ਉੱਥੇ ਹੀ ਕੁਝ ਉਹਨਾਂ ਦੇਸੀ ਵੈਦ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਦੀ ਹੈ, ਜਿਹੜੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਬੜੇ ਸਧਾਰਨ ਤਰੀਕੇ ਦੇ ਨਾਲ ਦੱਸਦੇ ਨੇ। ਉਹਨਾਂ ਚੀਜ਼ਾਂ ਦੇ ਨਾਲ ਦੱਸ ਦਿੰਦੇ ਨੇ ਜਿਹੜੇ ਕਈ ਵਾਰ ਤੁਹਾਡੇ ਘਰ ਦੇ ਵਿੱਚ ਹੀ ਸਮਾਨ ਪਿਆ ਹੁੰਦਾ ਹੈ, ਤੁਸੀਂ ਉਹਨੂੰ ਹੀ ਵਰਤ ਕੇ ਆਪਣੀ ਬਿਮਾਰੀ ਦਾ ਘਰ ਬੈਠੇ ਇਲਾਜ ਕਰ ਸਕਦੇ ਹੋ। ਅੱਜ ਸਾਡੇ ਨਾਲ ਵੈਦ ਅਵਤਾਰ ਸਿੰਘ ਨਿਰਮਾਨ ਜੀ ਮੌਜੂਦ ਨੇ। तमाम ਇਹਨਾਂ ਬਿਮਾਰੀਆਂ ਦੇ ਉੱਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ, ਔਰ ਇਸ ਸ਼ੋਅ ਦੇ ਵਿੱਚ ਮੈਂ ਇਹਨਾਂ ਦਾ ਨੰਬਰ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ, ਕਿਉਂਕਿ ਕਈ ਵਾਰ ਵੀਰ ਭੈਣ ਭਰਾ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਆਪਣੀ ਕਿਸੇ ਸਮੱਸਿਆ ਦੇ ਸੰਬੰਧੀ ਕਈ ਵਾਰ ਫਿਰ ਰਾਬਤਾ ਕਰਨਾ ਹੁੰਦਾ, ਤਾਂ ਤੁਸੀਂ ਉਸ ਨੰਬਰ ਦੇ ਉੱਤੇ ਇਹਨਾਂ ਨਾਲ ਰਾਬਤਾ ਵੀ ਕਰ ਲਿਓ। ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੈਦ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਅੱਛਾ ਵੈਦ ਸਾਹਿਬ, ਮੈਂ ਜਿਵੇਂ ਜ਼ਿਕਰ ਕੀਤਾ ਵੀ ਜਿੰਨੀ ਭੱਜ ਨੱਠ ਹੋ ਗਈ, ਜਿੰਨਾ ਸਟ੍ਰੈਸ ਇਨਸਾਨ ਦੇ ਦਿਮਾਗ 'ਤੇ ਹੋ ਗਿਆ, ਜਿਸ ਤਰੀਕੇ ਦਾ ਖਾਣ ਪੀਣ ਹੋ ਗਿਆ, ਅੱਜ ਨੌਜਵਾਨਾਂ ਦੀ ਗੱਲ ਕਰ ਰਹੀਏ, ਬਜ਼ੁਰਗਾਂ ਦੀ ਗੱਲ ਕਰ ਰਹੀਏ, ਭੈਣਾਂ ਦੀ ਗੱਲ ਕਰ ਰਹੀਏ, ਤਾਂ ਬਹੁਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਸਰੀਰਕ ਤੌਰ ਦੇ ਉੱਤੇ। ਮੈਡੀਕਲੀ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ, ਵਾਂਝਪਨ ਤੱਕ ਦੀ ਸਮੱਸਿਆ ਆ ਜਾਂਦੀ, ਘਰ ਤੱਕ ਵੀ ਟੁੱਟ ਜਾਂਦੇ ਨੇ। ਵਾਕਈ ਇੱਦਾਂ ਦੇ ਹਾਲਾਤ ਹੈਗੇ ਨੇ, ਮਹਿਸੂਸ ਕਰਦੇ ਹੋ? ਹਾਂਜੀ, ਤੁਸੀਂ ਸੁਖਵਿੰਦਰ ਜੀ ਬਹੁਤ ਵਧੀਆ ਸਵਾਲ ਕੀਤਾ। ਇਸ ਸਮੇਂ 'ਤੇ ਢੁਕਦਾ ਸਵਾਲ ਆ। ਇਨਸਾਨ ਆਪਣੀਆਂ ਪਿਛਲੇ ਸਾਰੀਆਂ ਖੁਰਾਕਾਂ ਨੂੰ ਭੁੱਲ ਚੁੱਕਾ। ਪੀਜ਼ੇ, ਬਰਗਰ, ਨਿਊਡਲ, ਚਾਂਪਾਂ, ਮੈਦੇ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਇਸਤੇਮਾਲ ਕਰਨ ਲੱਗ ਪਿਆ, ਤਲੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨ ਲੱਗ ਪਿਆ। ਜਿਹੜੀਆਂ ਕੁਦਰਤੀ ਚੀਜ਼ਾਂ ਸੀ, ਦੁੱਧ, ਘਿਓ, ਮੱਖਣ, ਲੋਕੀ ਬਦਾਮਾਂ ਦੀਆਂ ਗਿਰੀਆਂ ਭਿਉਂ ਕੇ ਖਾਂਦੇ ਸੀ, ਹੋਰ ਵਰਜਿਸ਼ ਕਰਦੇ ਸੀ। ਅੱਜ ਕੱਲ੍ਹ ਸਭ ਕੁਝ ਅਸੀਂ ਭੁੱਲ ਚੁੱਕੇ ਹਾਂ। ਉੱਥੇ ਬਿਸਤਰੇ 'ਤੇ ਹੀ ਰੋਟੀ ਖਾਂਦੇ ਹਾਂ ਅਤੇ ਉੱਥੇ ਹੀ ਲੰਮੇ ਪੈ ਜਾਂਦੇ ਹਾਂ। ਹੁਣ ਦੁੱਧ, ਬੱਚੇ ਜਿਹੜੇ ਆ ਉਹ ਮਾਂ ਪਿਓ ਨੂੰ ਕਹਿਣਗੇ ਇਹਨੂੰ ਪੁਣ ਕੇ ਦਿਓ, ਮਲਾਈ ਪੁਣ ਕੇ ਦਿਓ, ਦੁੱਧ ਨਹੀਂ ਪੀਂਦੇ। ਦੁੱਧ ਦੇ ਵਿੱਚ ਹੀ ਦਹੀਂ ਆ, ਦੁੱਧ ਦੇ ਵਿੱਚ ਹੀ ਮੱਖਣ ਆ, ਦੁੱਧ ਵਿੱਚ ਹੀ ਘਿਓ ਦੀ ਤਾਕਤ ਆ। ਦੁੱਧ ਨੂੰ ਪੀਣਾ ਬਹੁਤ ਜ਼ਰੂਰੀ ਆ, ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦੀ ਆ। ਬੱਚਿਆਂ ਨੂੰ ਹਰੀ ਇਲਾਚੀ ਪਾ ਕੇ ਜਾਂ ਜਵਾਨਾਂ ਨੂੰ ਹਰੀ ਇਲਾਚੀ ਪਾ ਕੇ ਦੁੱਧ ਜ਼ਰੂਰ ਪੀਣਾ ਚਾਹੀਦਾ। ਦੁੱਧ ਰਾਤ ਨੂੰ ਸੌਣ ਲੱਗਿਆ ਨਹੀਂ ਪੀਣਾ ਚਾਹੀਦਾ, ਕਿਉਂਕਿ ਦੁੱਧ ਨੂੰ ਪਚਣ ਵਾਸਤੇ ਪਹਿਲਾਂ ਦੁੱਧ ਨੂੰ ਫੁੱਟਣਾ ਪੈਂਦਾ ਅਤੇ ਫਿਰ ਉਹ ਪਚਦਾ। ਉਹਨੂੰ 2 ਘੰਟੇ, 1.5-2 ਘੰਟੇ ਲੱਗ ਜਾਂਦੇ ਆ। ਜ਼ਿਆਦਾ ਦੁੱਧ ਦਾ ਫਾਇਦਾ ਲੈਣ ਵਾਸਤੇ ਸਵੇਰੇ ਦੁੱਧ ਪੀਓ, ਉਹ ਬਹੁਤ ਤਾਕਤ ਦਿੰਦਾ, ਸਿਹਤ ਵੀ ਠੀਕ ਕਰਦਾ। ਸਮੇਂ-ਸਮੇਂ 'ਤੇ ਹਰ ਚੀਜ਼ 'ਚ ਬਦਲਾਵ ਆਉਂਦਾ, ਜਿਹਦੇ ਨਾਲ ਖੁਰਾਕਾਂ 'ਚ ਬਦਲਾਵ ਆਉਂਦਾ, ਜਿਹਦੇ ਨਾਲ ਸਾਡੇ ਸਰੀਰ ਵਿੱਚ ਬਹੁਤ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਜਾਂਦੀਆਂ, ਜਿਹੜੀਆਂ ਕਿ ਆਪਣੇ ਘਰਾਂ ਨੂੰ ਖਰਾਬ ਕਰ ਦਿੰਦੀਆਂ, ਗ੍ਰਸਥ ਜੀਵਨ ਨੂੰ ਖਰਾਬ ਕਰ ਦਿੰਦੀਆਂ। ਔਰ ਇਨਸਾਨ ਜਿਹੜਾ ਭਟਕ ਕੇ ਥਾਂ ਤੋਂ ਦਵਾਈਆਂ ਖਾ ਕੇ ਉਹ ਜੋ ਹੈ ਅੱਕ ਜਾਂਦਾ ਅਤੇ ਉਹ ਇਸ ਜ਼ਿੰਦਗੀ ਤੋਂ ਆਵਾਜ਼ਾਰ ਹੋ ਜਾਂਦਾ। ਕਮਜ਼ੋਰੀ ਦੇ ਨਾਲ ਉਹ ਸਭ ਕੁਝ ਖੁਰਾਕ 'ਤੇ ਵਧੀਆ ਦਵਾਈ 'ਤੇ ਨਿਰਭਰ ਕਰਦਾ। ਆਪਾਂ ਵੈਦ ਜੀ, ਮੈਂ ਤੁਹਾਡੀ ਗੱਲ ਕੱਟਦਾ। ਜਿਵੇਂ ਮੈਂ ਕਿਹਾ ਵੀ ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਹੈ, ਮੈਡੀਕਲੀ ਸਮੱਸਿਆ ਫੇਸ ਕਰ ਰਹੇ ਨੇ। ਸਰੀਰ ਦੇਖਣ ਨੂੰ ਸੁਡੌਲ ਹੁੰਦਾ ਹੈ, ਪਰ ਸਰੀਰਕ ਤੌਰ ਦੇ ਉੱਤੇ, ਮੈਡੀਕਲ ਤੌਰ ਦੇ ਉੱਤੇ ਸਮੱਸਿਆ ਆ ਰਹੀ ਹੈ। ਉਹ ਵਾਕਿਆ ਖਾਣ ਪੀਣ ਦਾ ਹੀ ਸਾਰਾ ਅਸਰ ਹੋ ਰਿਹਾ ਹੈ ਵੀ ਕਈ ਵਾਰ ਤਾਂ ਫਿਰ ਇੱਦਾਂ ਦੀ ਸਮੱਸਿਆ ਆਉਂਦੀ ਹੈ ਵੀ ਪਰਿਵਾਰ ਨਹੀਂ ਵੱਧ ਪਾਉਂਦੇ ਹੈਗੇ। ਹਾਂਜੀ, ਦੇਖੋ ਜਿਹੜੇ ਬੱਚੇ ਨਾ ਅੱਜ ਕੱਲ੍ਹ ਉਹ ਗਲਤ ਖਾਣ ਪੀਣ ਦਾ, ਨਸ਼ਿਆਂ ਦਾ ਅਤੇ ਗਲਤ ਆਦਤਾਂ ਦਾ ਸ਼ਿਕਾਰ ਹੋ ਗਏ ਆ, ਜਿਹਦੇ ਕਰਕੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਖਰਾਬ ਹੋ ਗਈ ਆ। ਇਹ ਵੀ ਵੇਖਿਆ ਗਿਆ ਕਿ ਉਹ ਨੀਮ ਹਕੀਮਾਂ ਵਾਲੀਆਂ ਗੱਲਾਂ ਸੁਣ ਕੇ ਆਪਣੇ ਸਰੀਰ ਨੂੰ ਖਰਾਬ ਕਰ ਲੈਂਦੇ ਆ। ਐਸੀਆਂ ਚੀਜ਼ਾਂ ਇਸਤੇਮਾਲ ਕਰ ਲੈਂਦੇ ਆ ਕਿ ਜਿਹੜੀਆਂ ਜ਼ਿੰਦਗੀ 'ਚ ਬਹੁਤ ਵੱਡਾ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ, ਸਾਡੇ ਸਰੀਰ 'ਚ ਖੂਨ ਨੂੰ, ਸੀਮਨ ਨੂੰ ਬਹੁਤ ਨੁਕਸਾਨ ਕਰਦੀਆਂ, ਜਿਹਦੇ ਕਰਕੇ ਸਾਡੀ ਜਿਹੜੀ ਸਿਹਤ ਆ ਬੱਚਿਆਂ ਦੀ, ਉਹ ਆਮ ਤੌਰ 'ਤੇ ਵੇਖਿਆ ਉਹਨਾਂ ਦੇ ਚਿਹਰੇ 'ਤੇ ਰੌਣਕ ਨਹੀਂ ਹੁੰਦੀ, ਉਹਨਾਂ ਦੇ ਚਿਹਰੇ 'ਤੇ ਕੋਈ ਰਵਾਨਗੀ ਨਹੀਂ ਹੁੰਦੀ। ਉਹ ਛੋਟੀ ਉਮਰ 'ਚ ਕਹਿਣ ਲੱਗ ਪਏ ਸਾਡੇ ਲੱਕ ਪੀੜ ਹੁੰਦੀ ਆ, ਸਾਡੇ ਲੱਤਾਂ ਪੀੜ ਹੁੰਦੀਆਂ, ਸਾਡਾ ਸਰੀਰ ਟੁੱਟਦਾ ਭੱਜਦਾ। ਜਦੋਂ ਖੁਰਾਕ ਹੀ ਸਹੀ ਨਹੀਂ ਖਾਣੀ ਅਤੇ ਇਹ ਤਾਂ ਸਭ ਕੁਝ ਹੋਣਾ। ਜੇ ਸਰੀਰ 'ਚ ਤਾਕਤ ਹੋਊਗੀ ਅਤੇ ਅਸੀਂ ਜੋ ਤੰਦਰੁਸਤ ਰਵਾਂਗੇ, ਚਿਹਰੇ 'ਤੇ ਵੀ ਰੌਣਕ ਆਏਗੀ। ਇਸ ਕਰਕੇ ਸਹੀ ਖੁਰਾਕ ਦਾ ਖਾਣਾ ਔਰ ਸਹੀ ਜਿਹੜੀ ਆ ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਰਹਿਣ ਵਾਸਤੇ ਵਰਜਿਸ਼ ਕਰਨਾ, ਸੈਰ ਕਰਨਾ,
ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸੁਖਵਿੰਦਰ ਜੀ। ਅੱਛਾ, ਆਪਾਂ ਖਾਣ ਪੀਣ ਦੇ ਉੱਤੇ ਜ਼ਿਕਰ ਕਰਦੇ ਹਾਂ ਤਾਂ ਫਿਰ ਤਾਂ ਦੇਖੋ ਇੱਕ ਪਾਸੇ ਤਾਂ ਆਪਾਂ ਜੰਕ ਫੂਡ 버ਗਰ ਪੀਜ਼ੇ ਰੋਟੀ ਦੇ ਟਾਈਮ ਤੱਕ ਤਾਂ ਪਹਿਲਾਂ ਰੱਜ ਜਾਂਦੇ ਆਪਾਂ ਇਹ ਚੀਜ਼ਾਂ ਖਾ ਕੇ, ਔਰ ਫਿਰ ਇਹਦਾ ਅਸਰ ਇੰਨਾ ਗੰਭੀਰ ਸਿੱਟਾ ਨਿਕਲਦਾ ਹੈ ਵੀ ਜਦੋਂ ਫਿਰ ਅਸੀਂ ਆਪਣੇ ਪਰਿਵਾਰ ਤੱਕ ਨਹੀਂ ਵਧਾ ਪਾਉਂਦੇ ਆ। ਦਰਸ਼ਕ ਦੇਖ ਰਹੇ ਨੇ, ਸਮਝ ਰਹੇ ਹੋਣਗੇ, ਔਰ ਆਮ ਸਮੱਸਿਆ ਹੈ ਅੱਜ ਕੱਲ੍ਹ। ਆਮ ਆਪਾਂ ਵੱਡੇ ਵੱਡੇ ਹਸਪੀਟਲਾਂ ਤੋਂ ਫਿਰ ਲੱਖਾਂ ਰੁਪਏ ਖਰਚ ਕੇ ਇਲਾਜ ਕਰਵਾ ਰਹੇ ਆ। ਇੱਕ ਵੱਡੀ ਪੰਜਾਬ ਦੇ ਵਿੱਚ ਤਰਾਸਦੀ ਜਿਹੜੀ ਆ ਉਹ ਵੀ ਦੇਖਣ ਨੂੰ ਮਿਲ ਰਹੀ ਹੈ। ਤਾਂ ਫਿਰ 버ਗਰ ਪੀਜ਼ੇ ਬੰਦੇ ਦੀ ਜ਼ਿੰਦਗੀ ਘਰ ਤੋੜਨ ਦੇ ਵਿੱਚ ਵੀ ਮੈਨੂੰ ਲੱਗਦਾ ਫਿਰ ਬਹੁਤ ਵੱਡਾ ਰੋਲ। ਬਿਲਕੁਲ ਤੁਸੀਂ ਠੀਕ ਕਿਹਾ। ਮੈਦੇ ਵਾਲੀਆਂ ਜਿੰਨੀਆਂ ਚੀਜ਼ਾਂ ਨਾ ਉਹ ਸਾਡੇ ਨਾੜਾਂ ਦੇ ਵਿੱਚ ਜੰਮ ਜਾਂਦੀਆਂ, ਉਹ ਪਚਦੀਆਂ ਛੇਤੀ ਨਹੀਂ। ਉਹਨਾਂ ਨੂੰ ਤਲਿਆ ਖਾਣਾ, ਸਮੋਸੇ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ, ਨਿਊਡਲ ਖਾਣੇ, 버ਗਰ ਖਾਣੇ, ਪੀਜ਼ੇ ਖਾਣੇ, ਇਹ ਸਵਾਦ ਤਾਂ ਬੜੇ ਲੱਗਦੇ ਆ ਪਰ ਇਹਨਾਂ ਦੇ ਨੁਕਸਾਨਾਂ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ। ਤੁਸੀਂ ਵੇਖਿਆ ਹੋਊਗਾ ਅੱਜ ਕੱਲ੍ਹ ਕਿ ਜਿੰਨੀਆਂ ਵੀ ਕੈਮਿਸਟ ਦੀਆਂ ਦੁਕਾਨਾਂ, ਉਹਨਾਂ 'ਤੇ ਪਹਿਲਾਂ ਸਿਰਫ ਅੰਗਰੇਜ਼ੀ ਲਿਖਿਆ ਹੁੰਦਾ ਸੀ, ਇੱਥੋਂ ਅੰਗਰੇਜ਼ੀ ਦਵਾਈਆਂ ਮਿਲਦੀਆਂ, ਪਰ ਅੱਜ ਤੁਸੀਂ ਤਕਰੀਬਨ ਹਰ ਸਟੋਰ 'ਤੇ ਜਾ ਕੇ ਵੇਖੋ, ਉੱਥੇ ਲਿਖਿਆ ਹੁੰਦਾ ਅੰਗਰੇਜ਼ੀ ਦਵਾਈਆਂ ਅਤੇ ਦੇਸੀ ਦਵਾਈਆਂ ਵੀ ਮਿਲਦੀਆਂ। ਕਿਉਂਕਿ ਜਿਹੜੇ ਕਈ ਐਸੇ ਨੁਕਸੇ ਆ ਜਿਨ੍ਹਾਂ ਨੂੰ ਅੰਗਰੇਜ਼ੀ ਦਵਾਈਆਂ ਨਹੀਂ ਠੀਕ ਕਰ ਸਕਦੀਆਂ ਅਤੇ ਕਈ ਐਸੇ ਨੁਕਸੇ ਆ ਜਿਨ੍ਹਾਂ ਨੂੰ ਦੇਸੀ ਠੀਕ ਨਹੀਂ ਕਰ ਸਕਦੀਆਂ। ਇਸ ਕਰਕੇ ਕਈ ਐਸੇ ਗੰਭੀਰ ਰੋਗ ਜਿਹੜੇ ਆ ਉਹ ਦੇਸੀ ਦਵਾਈਆਂ ਨਾਲ ਜੜ੍ਹ ਤੋਂ ਹੀ ਠੀਕ ਹੋ ਜਾਂਦੇ ਆ ਅਤੇ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਜੀਣ ਦਾ ਜਿਹੜਾ ਇੱਕ ਢੰਗ ਦੇ ਦਿੰਦੇ ਆ। ਦੇਸੀ ਦੀ ਗੱਲ ਕਰੀਏ ਤਾਂ ਇਲਾਜ ਜੇ ਦੂਸਰੇ ਪਾਸੇ ਅੰਗਰੇਜ਼ੀ ਲਾ ਜਾਂਦੇ। ਹਾਲਾਂਕਿ ਅਸੀਂ ਮੈਡੀਕਲ ਸਾਇੰਸ ਨੂੰ ਚੈਲੰਜ ਨਹੀਂ ਕਰਦੇ, ਮੈਂ ਬਾਰ-ਬਾਰ ਇਹ ਜ਼ਿਕਰ ਕਰਦਾ ਹੁੰਦਾ ਕਿ ਅਸੀਂ ਮੈਡੀਕਲ ਸਾਇੰਸ ਨੂੰ ਚੈਲੰਜ ਨਹੀਂ ਕਰਦੇ। ਹਰ ਬਿਮਾਰੀ ਦਾ ਇਲਾਜ ਮੈਡੀਕਲ ਸਾਇੰਸ ਦੇ ਕੋਲ ਹੈ, ਪਰ ਆਯੁਰਵੈਦ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਕਿਉਂਕਿ ਸਾਡੇ ਬਜ਼ੁਰਗਾਂ ਤੋਂ ਪਿਛਲੀਆਂ ਰਿਸ਼ੀਆਂ ਮੁਨੀਆਂ ਦੇ ਸਮਿਆਂ ਤੋਂ ਚੱਲਦੇ ਆਏ ਨੇ। ਅੱਛਾ, ਮਹਿੰਗਾ ਇਲਾਜ ਚਲੋ ਬਾਈ ਆ ਵੀ ਜਾਂਦੀ, ਕਿਸੇ ਨੌਜਵਾਨ ਨੂੰ ਪ੍ਰੋਬਲਮ ਆ ਗਈ, ਕਿਸੇ ਮਰਦ ਨੂੰ ਕੋਈ ਪ੍ਰੋਬਲਮ ਆ ਗਈ ਮੈਡੀਕਲ ਤੌਰ ਦੇ ਉੱਤੇ, ਤਾਂ ਕਈ ਵਾਰ ਬੰਦਾ ਮਹਿੰਗੇ ਇਲਾਜ ਨਹੀਂ ਕਰ ਪਾਉਂਦਾ, ਸ਼ਾਰਟਕਟ ਤਰੀਕੇ, ਗਲਤ ਦਵਾਈਆਂ ਖਾ ਲੈਂਦਾ, ਸਰੀਰ ਨੂੰ ਨੁਕਸਾਨ ਹੋ ਜਾਂਦਾ। ਪਰ ਅਸਲ ਦੇ ਵਿੱਚ ਫਿਰ ਉਹਨਾਂ ਨੂੰ ਕਰਨਾ ਕੀ ਚਾਹੀਦਾ ਹੈ? ਫਿਰ ਉਹ ਕਿਵੇਂ ਆਪਣੇ ਘਰ ਦੇ ਵਿੱਚ ਚੀਜ਼ਾਂ ਦਾ ਖਾਣ ਪੀਣ ਆਪਣਾ ਸੁਧਾਰਨ, ਕੀ ਖਾਣ, ਕੀ ਛੱਡਣ, ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨ ਤਾਂ ਜੋ ਜਿਹੜਾ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਮੈਡੀਕਲ ਪ੍ਰੋਬਲਮ ਨਾ ਆਵੇ। ਬਿਲਕੁਲ ਜੀ, ਤੁਸੀਂ ਠੀਕ ਕਿਹਾ। ਸਾਡੇ ਪਹਿਲਾਂ ਖਾਣ ਪਾਣ ਨੂੰ ਸੁਧਾਰਨਾ ਚਾਹੀਦਾ। ਅਸੀਂ ਸਲਾਦ ਦਾ ਬਿਲਕੁਲ ਇਸਤੇਮਾਲ ਨਹੀਂ ਕਰਦੇ। ਸਾਨੂੰ ਖਾਣਾ ਖਾਣ ਤੋਂ ਪਹਿਲਾਂ ਸਲਾਦ ਲੈਣਾ ਚਾਹੀਦਾ ਬਿਨਾਂ ਨਮਕ ਤੋਂ। ਜੇ ਪਹਿਲਾਂ ਨਹੀਂ ਲੈ ਸਕਦੇ ਤਾਂ ਖਾਣੇ ਨਾਲ ਤਾਂ ਜ਼ਰੂਰ ਲੈਣਾ ਚਾਹੀਦਾ। ਥੋੜ੍ਹਾ ਬਹੁਤਾ ਜੇ ਹੋ ਸਕੇ ਜਿੰਨੀ ਗੁੰਜਾਇਸ਼ ਆ, ਫਰੂਟ ਖਾਣਾ ਚਾਹੀਦਾ, ਦੁੱਧ ਪੀਣਾ ਚਾਹੀਦਾ, ਦਹੀਂ ਖਾਣਾ ਚਾਹੀਦਾ। ਸਾਨੂੰ ਆਪਣੀ ਡਾਈਟ ਵੱਲ ਪੂਰਾ ਧਿਆਨ ਦੇਣਾ ਚਾਹੀਦਾ, ਨਾ ਕਿ ਅਸੀਂ ਬਾਜ਼ਾਰੀ ਜਿਹੜੇ ਅੱਜ ਕੱਲ੍ਹ ਪੀਜ਼ੇ ਅਤੇ ਆ ਜਿਹੜੇ ਕੁਰਕਰੇ, ਚਿਪਸ, ਇਹ ਉਹ ਸਾਰੇ ਚੀਜ਼ਾਂ ਖਾਂਦੇ ਆ। ਇਹਨਾਂ ਦੇ ਨੁਕਸਾਨ ਵੀ ਬੜੇ ਆ। ਅਸੀਂ ਉਹਨਾਂ ਨੂੰ ਸਮਝਦੇ ਨਾ ਹੋਏ, ਇੱਕ ਮੂੰਹ ਦੇ ਸਵਾਦ ਵਾਸਤੇ ਨਾ ਲੈ ਕੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ, ਜਿਹਦੇ ਨਾਲ ਸਾਡਾ ਜਿਸ ਚੀਜ਼ ਤੋਂ ਜਨਮ ਆ ਅਸੀਂ ਉਸ ਜਿਹੜੀ ਸੀਮਨ ਨੂੰ ਹੀ ਅਸੀਂ ਖਰਾਬ ਕਰ ਬੈਠੇ ਆ। ਅਸੀਂ ਵੱਧ ਤੋਂ ਵੱਧ ਜਿਹੜਾ ਆਪਣੇ ਸਰੀਰ ਦੀ ਜਿਹੜੇ ਕੀਮਤੀ ਤੱਤ ਆ ਉਹਨਾਂ ਨੂੰ ਕਦੀ ਗਵਾਈਏ ਨਾ। ਉਹਨਾਂ ਨੂੰ ਬਣਾਉਣ ਵਾਲੀਆਂ ਜਿਹੜੀਆਂ ਅਸੀਂ ਚੀਜ਼ਾਂ ਖਾਈਏ, ਦੁੱਧ, ਘਿਓ, ਮੱਖਣ, ਬਦਾਮ ਦੀ ਗਿਰੀ ਜਾਂ ਫਰੂਟ, ਹਰੀਆਂ ਸਬਜ਼ੀਆਂ, ਵਰਜਿਸ਼, ਸੈਰ, ਇਹ ਕਰਨੀ ਬਹੁਤ ਜ਼ਰੂਰੀ ਆ ਸਿਹਤ ਲਈ, ਜਿਹਦੇ ਨਾਲ ਸਾਡੀ ਸਿਹਤ ਕਾਇਮ ਰਹੇ। ਪਰ ਅੱਜ ਕੱਲ੍ਹ ਦੇ ਜੋ ਬੱਚੇ ਆ ਉਹਨਾਂ ਨੇ ਨਸ਼ੇ ਖਾ ਕੇ, ਹੋਰ ਬਾਜ਼ਾਰੀ ਐਸੇ ਕੈਪਸੂਲ, ਇਹ ਉਹ ਹੋਰ ਚੀਜ਼ਾਂ ਖਾ ਕੇ ਆਪਣੇ ਸਰੀਰ ਜਿਹੜੇ ਆ ਉਹ ਨਾਸ਼ ਕਰ ਲਏ ਆ। ਸਾਡੇ ਕੋਲ ਬਹੁਤ ਐਸੇ ਪੇਸ਼ੈਂਟ ਆਉਂਦੇ ਆ, ਜਵਾਨ ਵੀ ਆਉਂਦੇ ਆ, ਜਿਨ੍ਹਾਂ ਨੇ ਨਸ਼ਿਆਂ ਦੇ ਨਾਲ ਗਲਤ ਚੀਜ਼ਾਂ ਖਾ ਕੇ, ਗਲਤ ਆਦਤਾਂ ਕਰਕੇ ਜੋ ਆਪਣੇ ਸਰੀਰਾਂ ਨੂੰ ਪੂਰਾ ਨੁਕਸਾਨ ਦੇ ਦਿੱਤਾ। ਫਿਰ ਉਹ ਪਛਤਾਉਂਦੇ ਆ। ਜਦੋਂ ਇੱਕ ਗੁੱਡੀ ਉਡਾਉਂਦੇ ਹੋਈਏ ਅਤੇ ਉਹਦੀ ਡੋਰ ਟੁੱਟ ਕੇ ਹੱਥੋਂ ਨਿਕਲ ਜਾਏ ਅਤੇ ਅਗਲੇ ਬੰਨੇ ਗਲੀ ਹੋਏ ਅਤੇ ਉਹ ਡੋਰ ਹੱਥ ਨਹੀਂ ਮੁੜ ਕੇ ਆਉਂਦੀ। ਇਸੇ ਤਰ੍ਹਾਂ ਹੀ ਜੋ ਗਵਾ ਲੈਂਦੇ ਆ ਨਾ, ਉਹਨੂੰ ਹੱਥ 'ਚ ਮੁੜ ਕੇ ਲਿਆਉਣ ਵਾਸਤੇ ਸਾਨੂੰ ਸਹੀ ਵੈਦ ਕੋਲ, ਸਹੀ ਡਾਕਟਰ ਕੋਲ ਜਿਹੜਾ ਉਹ ਇਲਾਜ ਕਰਾਉਣਾ ਜ਼ਰੂਰੀ ਆ। ਆਪਣੇ ਆਪ ਇਹ ਜਿਹੜੇ ਤੱਤ ਆ ਪੂਰੇ ਨਹੀਂ ਹੁੰਦੇ। ਅੱਛਾ ਵੈਦ ਜੀ, ਆਪਾਂ ਦੇਖ ਰਹੇ ਹਾਂ ਬੜੀਆਂ ਚੀਜ਼ਾਂ, ਆਪਾਂ ਕਹਿੰਦੇ ਵੀ ਵੈਦ ਤਾਂ ਰਸੋਈ ਦੇ ਵਿੱਚੋਂ ਇਲਾਜ ਕਰ ਦਿੰਦੇ ਸੀਗੇ ਹਰ ਬਿਮਾਰੀ ਦਾ। ਸਾਡੀ ਰਸੋਈ ਦੇ ਵਿੱਚ ਹੀ ਇੰਨਾ ਸਮਾਨ ਹੁੰਦਾ, ਜਿਹਨੂੰ ਆਪਾਂ ਸਹੀ ਵਿਧੀ ਦੇ ਨਾਲ ਵਰਤ ਲਈਏ ਤਾਂ ਉਹ ਆਪਣਾ ਬਿਮਾਰੀ ਨੂੰ ਰੋਕ ਸਕਦਾ ਹੈ, ਘੱਟੋ ਘੱਟ ਇੰਨਾ ਤਾਂ ਕਰ ਹੀ ਸਕਦਾ ਹੈ। ਤਾਂ ਦੱਸੋਗੇ ਕੋਈ ਨੁਸਖਾ ਨੌਜਵਾਨਾਂ ਨੂੰ, ਜਿਹੜੇ ਆਪਣੇ ਮਰਦਾਂ ਨੂੰ, ਕਿਉਂਕਿ ਤੁਸੀਂ ਗੱਲ ਕੀਤੀ ਵੀ ਲੱਕ ਦਰਦ ਹੁੰਦਾ, ਲੱਤਾਂ ਦਰਦ ਹੁੰਦੀਆਂ ਨੇ, ਗੋਡੇ ਦਰਦ ਹੁੰਦੇ ਨੇ, ਤਾਂ ਜੋ ਇਹਨਾਂ ਦਾ ਇਲਾਜ ਹੋ ਸਕੇ? ਬਿਲਕੁਲ ਜੀ, ਤੁਸੀਂ ਠੀਕ ਕਿਹਾ। ਪਰ ਅੱਜ ਦਾ ਜਿਹੜਾ ਜ਼ਮਾਨਾ ਆ ਗਿਆ, ਪੇਸ਼ੈਂਟ ਕਹਿੰਦਾ ਕਿ ਗੋਲੀ ਮੇਰੀ ਤਲੀ 'ਤੇ ਹੋਏ ਤਾਂ ਮੈਨੂੰ ਆਰਾਮ ਆ ਜੇ, ਜਿਹੜਾ ਕਿ ਨੁਕਸਾਨਦੇਹ ਆ। ਅੱਜ ਵੇਖਿਆ ਮੈਂ ਬਹੁਤ ਲੋਕ ਜਿਹੜੇ ਬੁਖਾਰ ਦੀ ਦਵਾਈ ਲੈ ਕੇ ਜਾਂਦੇ ਆ, 2 ਘੰਟੇ ਬਾਅਦ ਕਹਿੰਦੇ ਬੁਖਾਰ ਝੱਲੀ ਲੱਥਾ ਵੀ ਨਹੀਂ, ਫਿਰ ਚੱਲ ਜਾਂਦੇ ਡਾਕਟਰ ਕੋਲ,
ਫਿਰ ਸ਼ਾਮ ਤੱਕ ਕਹਿੰਦੇ ਲੱਥਾ ਵੀ ਨਹੀਂ। ਜਿੰਨੀ ਛੇਤੀ ਬਿਮਾਰੀ ਨੂੰ ਹਟਾਓਗੇ ਉਹ ਉਨੀ ਛੇਤੀ ਮੁੜ ਕੇ ਫੇਰ ਆਏਗੀ। ਇਸ ਕਰਕੇ ਇਹਦਾ ਇਲਾਜ ਸਲੋ ਕਰਨਾ ਚਾਹੀਦਾ। ਰਸੋਈ ਦੇ ਵਿੱਚ ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਸਾਡੀਆਂ ਜ਼ਿੰਦਗੀ ਦੇ ਵਿੱਚ ਉਹ ਸਾਨੂੰ ਬਹੁਤ ਫਾਇਦੇ ਦੇ ਸਕਦੀਆਂ। ਜੀਰਾ ਸਾਡੀ ਰਸੋਈ 'ਚ ਹੁੰਦਾ, ਸੇਂਦਾ ਲੂਣ ਹੁੰਦਾ, ਹਿੰਗ ਹੁੰਦੀ ਆ, ਮਗਾ ਹੁੰਦੀਆਂ, ਅਜਵਾਇਣ ਹੁੰਦੀ ਆ, ਸੌਂਫ ਹੁੰਦੀ ਆ। ਇਹਨਾਂ ਨੂੰ ਅਸੀਂ ਥੋੜ੍ਹਾ ਥੋੜ੍ਹਾ ਮਿਲਾ ਲਈਏ। ਅਜਵਾਇਣ ਹੁੰਦੀ ਆ, ਇਹਨਾਂ ਨੂੰ ਮਿਲਾ ਕੇ ਕੁੱਟ ਕੇ ਰੱਖ ਲਓ। ਰੋਟੀ ਤੋਂ ਬਾਅਦ ਅੱਧਾ ਚਮਚ ਰੋਜ਼ ਲਓ। ਇੱਕ ਤੁਹਾਡਾ ਹਾਜ਼ਮਾ ਠੀਕ ਹੋਏਗਾ, ਇੱਕ ਪਾਚਨ ਸ਼ਕਤੀ ਠੀਕ ਹੋਏਗੀ, ਤੁਹਾਡਾ ਪੇਟ ਵੀ ਚੰਗੀ ਤਰ੍ਹਾਂ ਸਾਫ਼ ਹੋਏਗਾ। ਅਸੀਂ ਇਹ ਕਰਕੇ ਰਾਜੀ ਨਹੀਂ। ਇਸ ਕਰਕੇ ਇਹ ਸਾਡੀ ਰਸੋਈ 'ਚ ਹੀ ਸਭ ਕੁਝ ਹੈਗਾ। ਅਸੀਂ ਉਹਨਾਂ ਨੂੰ ਇਸਤੇਮਾਲ ਕਰਕੇ ਬਹੁਤ ਫਾਇਦੇ ਲੈ ਸਕਦੇ ਹਾਂ। ਜੋ ਅਸੀਂ ਖਾਂਦੇ ਹਾਂ ਸਾਡੇ ਇਸ ਲਿਵਰ 'ਚ ਜਾਂਦਾ। ਇਹ ਇੱਕ ਗਟਰ ਆ। ਇਹ ਕਹਿੰਦੇ ਗਟਰ ਸਾਫ਼ ਬਿਮਾਰੀ ਮਾਫ਼। ਅਸੀਂ ਇਹਨੂੰ ਨਾ ਸਾਫ਼ ਕਰਦੇ ਆ ਅਤੇ ਨਾ ਹੀ ਇਹਦਾ ਧਿਆਨ ਕਰਦੇ ਆ ਵੀ ਇਹਦੇ ਵਿੱਚ ਜਿਹੜੀ ਚੀਜ਼ ਗਈ ਆ, ਅਸੀਂ ਵਾਧੂ ਘਾਟੂ ਚੀਜ਼ਾਂ ਖਾਧੀਆਂ, ਉਹਨੂੰ ਪਹੁੰਚਾਉਣ ਵਾਸਤੇ ਕੋਈ ਲਈਏ। ਇਹ ਜੋ ਮੈਂ ਚੀਜ਼ਾਂ ਦੱਸੀਆਂ ਤੁਹਾਨੂੰ, ਇਹ ਜਿਹੜਾ ਮਿਲਾ ਕੇ ਤੁਸੀਂ ਖਾਓ ਅਤੇ ਇਹ ਸਿਹਤ ਲਈ ਵੀ ਅਤੇ ਲਿਵਰ ਲਈ ਵੀ ਅਤੇ ਹਾਜ਼ਮੇ ਲਈ ਵੀ ਚੰਗੀਆਂ, ਗੈਸ ਵੀ ਨਹੀਂ ਹੋਣ ਦਿੰਦੀ। ਅੱਛਾ, ਬੁਖਾਰ ਦੀ ਤੁਸੀਂ ਅੱਗੇ ਗੱਲ ਕੀਤੀ ਸੀ। ਅੱਜ ਕੱਲ੍ਹ ਆਮ ਸੁਣਦੇ ਕਹਿੰਦੇ ਬੁਖਾਰ ਚੜ੍ਹਦਾ ਉਤਰ ਜਾਂਦਾ, ਚੜ੍ਹਦਾ ਉਤਰਦਾ, ਲੜੀ ਚੱਲੀ ਰਹਿੰਦੀ ਹੈ, ਮਤਲਬ ਜ਼ਿਆਦਾ ਤੰਦਰੁਸਤ ਬੰਦਾ ਰਹਿੰਦਾ ਨਹੀਂ ਹੈ। ਉਹਦੇ ਲਈ ਕੋਈ ਜ਼ਰੂਰ ਦੱਸਿਓ ਵੀ ਕਰਨ ਕੀ, ਕਿਉਂ ਬੁਖਾਰ ਚੜ੍ਹ ਰਿਹਾ ਔਰ ਉਹਦੇ ਵਾਸਤੇ ਕਰਨ ਕੀ ਘਰ ਦੇ ਵਿੱਚ ਬੈਠੇ ਨੂੰ। ਦੇਖੋ ਜੀ, ਪਹਿਲੀ ਤਾਂ ਗੱਲ ਆ ਪਾਣੀ ਸਾਡਾ ਦੂਸ਼ਿਤ ਹੋ ਗਿਆ ਬਿਲਕੁਲ। ਖਾਣਾ ਪੀਣਾ ਵੀ ਜਿਹੜਾ ਠੀਕ ਨਹੀਂ ਹੈਗਾ, ਜਿਹਦੇ ਨਾਲ ਅੱਜ ਕੱਲ੍ਹ ਮੇਰੇ ਹਿਸਾਬ ਨਾਲ ਤਾਂ 50% ਲੋਕਾਂ ਨੂੰ ਟਾਈਫਾਈਡ ਹੀ ਹੋ ਰਿਹਾ। ਟਾਈਫਾਈਡ 4 ਕਿਸਮ ਦਾ ਹੁੰਦਾ। ਪੈਰਾਟਾਈਫਾਈਡ ਜਿਹੜਾ ਵਾ ਉਹ ਹੱਡੀਆਂ ਨੂੰ ਦਿਖਾਉਂਦਾ, ਹੱਡੀਆਂ ਦੁਖਦੀਆਂ, ਉੱਠਿਆ ਨਹੀਂ ਜਾਂਦਾ, ਕਮਜ਼ੋਰੀ ਕਰੀ ਜਾਂਦਾ। ਅਤੇ ਇਹ ਜਿਹੜਾ ਟਾਈਫਾਈਡ ਬੁਖਾਰ ਆ ਇਹ ਸ਼ਾਮ ਨੂੰ ਤਕਰੀਬਨ 6:30 ਵਜੇ 7 ਵਜੇ ਤੋਂ ਬਾਅਦ ਜਿਹੜਾ ਨਾ ਇਹ ਚੜ੍ਹਦਾ, ਉਦੋਂ ਸਰੀਰ ਦੁਖਣਾ ਸ਼ੁਰੂ ਹੁੰਦਾ। ਔਰ ਇਹ ਸਲੋ ਪੁਆਇਜ਼ਨ ਆ। ਇਹ ਹੌਲੀ 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 ਸਰੀਰ ਨੂੰ ਬਹੁਤ ਕਮਜ਼ੋਰ ਕਰ ਦਿੰਦਾ, ਸਰੀਰ 'ਚੋਂ ਬਹੁਤ ਤੱਤ ਖਤਮ ਕਰ ਦਿੰਦਾ। ਔਰ ਇਨਸਾਨ ਕਹਿੰਦਾ ਵੀ ਮੈਨੂੰ ਹੁੰਦਾ ਕੀ ਆ, ਕਿ ਉਹ ਦਿਨੇ ਉਹ ਚੈੱਕ ਕਰਦਾ, ਦਿਨੇ ਟੈਂਪਰੇਚਰ ਡਾਊਨ ਹੁੰਦਾ, ਸ਼ਾਮ ਨੂੰ ਜਿਹੜਾ ਵਾ ਉਹ ਟੈਂਪਰੇਚਰ ਵੱਧਦਾ, ਉਹਨੂੰ ਪਤਾ ਨਹੀਂ ਲੱਗਦਾ। ਇਹਦੇ ਟੈਸਟ ਕਰਵਾਉਣੇ ਚਾਹੀਦੇ ਆ। ਟੈਸਟ ਕਰਾ ਕੇ ਇਹਦਾ ਸਹੀ ਇਲਾਜ ਕਰੋ। ਪਾਣੀ ਜਿਹੜਾ ਵਾ ਉਹ ਸਾਫ਼ ਸੁਥਰਾ ਜਾਂ ਉਬਾਲ ਕੇ ਰੱਖ ਲਓ, ਉਹਨੂੰ ਪੀਓ। ਔਰ ਇਹ ਚੀਜ਼ ਖਾਣ ਪਾਣ ਜਿਹੜਾ ਵਾ ਉਹਦਾ ਧਿਆਨ ਰੱਖੋ। ਬਜ਼ਾਰੀ ਚੀਜ਼ਾਂ ਦਾ ਦੇਖੋ, ਰੇਹੜੀਆਂ 'ਤੇ ਕੋਈ ਗੰਦ ਪਿਆ ਹੁੰਦਾ, ਕੋਈ ਢੱਕਦਾ ਨਹੀਂ। ਬਾਜ਼ਾਰ ਦੀਆਂ ਬੱਸਾਂ ਆਉਂਦੀਆਂ, ਉਹ ਸਾਰਾ ਘੱਟਾ ਉੱਤੇ ਆਉਂਦਾ, ਉਹੀ ਸਬਦਾ ਜਿਹੜਾ ਅਸੀਂ ਖਾਈ ਜਾਂਦੇ ਹਾਂ। ਖਾਣ ਪੀਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਚਾਹੀਦਾ ਕਰਨਾ, ਤਦ ਜਾ ਕੇ ਸਾਡੀ ਸਿਹਤ ਠੀਕ ਰਹਿ ਸਕਦੀ ਹੈ। ਜੇ ਸਿਹਤ ਠੀਕ ਆ ਤਾਂ ਸਭ ਕੁਝ ਠੀਕ ਹੈ। ਅੱਛਾ, ਭੈਣਾਂ ਦੀ ਵੀ ਗੱਲ ਕਰਦੇ ਹਾਂ। ਬਹੁਤ ਸਾਰੀਆਂ ਭੈਣਾਂ ਮਾਵਾਂ ਵੀ ਸਾਡੀਆਂ ਇਸ ਦੇਖ ਰਹੀਆਂ ਹੋਣਗੀਆਂ, ਤੁਹਾਡੀਆਂ ਗੱਲਬਾਤ ਨੂੰ ਸੁਣ ਰਹੀਆਂ ਹੋਣਗੀਆਂ। ਬਾਂਝਪਨ ਦੀ ਸਮੱਸਿਆ ਬੜੀ ਹੈ ਅੱਜ ਕੱਲ੍ਹ। ਪਰਿਵਾਰ ਫਿਰ ਉੱਥੇ ਗੱਲ ਆਉਂਦੀ ਹੈ ਵੀ ਪਰਿਵਾਰ ਟੁੱਟ ਜਾਂਦਾ, ਚਾਹੇ ਮੈਡੀਕਲੀ ਪ੍ਰੋਬਲਮ ਮਰਦ ਦੇ ਵਿੱਚ ਹੋਵੇ, ਚਾਹੇ ਮੈਡੀਕਲੀ ਪ੍ਰੋਬਲਮ ਲੇਡੀਜ਼ ਦੇ ਵਿੱਚ ਹੋਵੇ, ਤਾਂ ਉਹ ਕਿਤੇ ਨਾ ਕਿਤੇ ਕਾਰਨ ਬਣ ਜਾਂਦਾ। ਇਹ ਕਿਉਂ ਇੱਦਾਂ ਹੋ ਰਿਹਾ? ਆਪਾਂ ਜਦੋਂ ਡਾਕਟਰਸ ਦੇ ਵੀ ਦੇਖਦੇ ਹਾਂ ਜਾ ਕੇ, ਤਾਂ ਉੱਥੇ ਵੀ ਕਹਿੰਦੇ ਵੀ ਬਹੁਤ ਸਾਰੇ ਕੇਸਿਸ ਇੱਦਾਂ ਦੇ ਆ ਰਹੇ ਨੇ। ਦੇਖੋ, ਬੀਬੀਆਂ ਨੂੰ ਤਾਂ ਬਹੁਤ ਜ਼ਿਆਦਾ, ਭੈਣਾਂ ਨੂੰ, ਮੇਰੀਆਂ ਬੱਚੀਆਂ ਨੂੰ ਬਹੁਤ ਜ਼ਿਆਦਾ ਲੇਡੀਜ਼ ਪ੍ਰੋਬਲਮ ਹੁੰਦੀ ਆ। ਖਾਸ ਕਰਕੇ ਇੱਥੋਂ ਲੈ ਕੇ ਅਤੇ ਆ ਪੱਟਾਂ ਤੱਕ ਜਿਹੜਾ ਨਾ ਉਹ ਬਿਮਾਰੀ ਦੀਆਂ ਭਰੀਆਂ ਹੁੰਦੀਆਂ। ਔਰ ਕਿਸੇ ਨੂੰ ਦੱਸ ਨਹੀਂ ਸਕਦੀਆਂ ਸ਼ਰਮ ਦੀਆਂ ਬਿਮਾਰੀਆਂ, ਜਿਸ ਤਰ੍ਹਾਂ ਕਿ ਲਕੋਰੀਆ। ਉਹਨਾਂ ਨੂੰ ਲੱਕ ਪੀੜ ਹੋਣੀ, ਥਕਾਵਟ ਰਹਿਣੀ, ਕੰਮ ਕਰਨ ਨੂੰ ਜੀਅ ਨਾ ਕਰਨਾ, ਘਰ ਵਿੱਚ ਚਿੜਚਿੜਾਪਨ ਉਹਨਾਂ ਨੂੰ ਆ ਜਾਣਾ, ਲੱਤਾਂ ਪੀੜ ਕਰਨੀਆਂ, ਗੁੱਸੇ ਰਹਿਣਾ, ਮੂੰਹ 'ਤੇ ਛਾਈਆਂ ਪੈ ਜਾਣੀਆਂ, ਅੱਖਾਂ ਦੇ ਥੱਲੇ ਕਾਲਾਪਨ ਆ ਜਾਣਾ, ਆਦਿ ਬਹੁਤ ਹੀ ਬਿਮਾਰੀਆਂ ਜਿਹੜੀਆਂ ਹੋਰ ਵੀ ਉਹਨਾਂ ਨੂੰ MC ਦਾ ਖਰਾਬ ਹੋ ਜਾਣਾ, ਦਰਦ ਨਾ ਆਉਣਾ, ਕਈਆਂ ਦੀ ਬੰਦ ਹੋ ਜਾਣਾ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਲੇਡੀਜ਼ ਨੂੰ ਆ ਜਾਂਦੀਆਂ। ਔਰ ਇਹ ਬੜੀਆਂ ਹੀ ਨਾਮਰਾਦ ਬਿਮਾਰੀਆਂ। ਔਰਤਾਂ ਇਹਨੂੰ ਹੌਲੀ ਹੌਲੀ ਪਹਿਲਾਂ ਆਪਣੇ ਘਰਦਿਆਂ ਨੂੰ ਦੱਸਦੀਆਂ ਨਹੀਂ, ਲੁਕਾਉਂਦੀਆਂ। ਉਹ ਬਿਮਾਰੀ ਫਿਰ ਵੱਧ ਜਾਂਦੀ ਆ ਅਤੇ ਸਰੀਰ ਨੂੰ ਕਸ਼ਟਦਾਇਕ ਹੋ ਜਾਂਦੀ ਆ। ਇਹਦਾ ਕਿਤਿਓਂ ਵੀ ਭਾਵੇਂ ਇਲਾਜ ਕਰਾਓ ਚੰਗੇ ਥਾਂ, ਇਹਦਾ ਪੂਰਾ ਟੈਸਟ ਕਰਾ ਕੇ ਇਲਾਜ ਕਰਾਉਣਾ ਚਾਹੀਦਾ। ਨਹੀਂ ਤਾਂ ਇਹ ਸਰੀਰ ਦੇ ਕੀਮਤੀ ਰਤਨ ਨੂੰ ਜਿਹੜਾ ਇਹ ਗਵਾ ਕੇ ਨਸ਼ਟ ਕਰਕੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਆ। ਗਾਂ ਫਿਰ ਔਲਾਦ ਹੋਣ ਦੇ ਵਿੱਚ ਵੀ ਬਹੁਤ ਪ੍ਰੋਬਲਮਾਂ ਆਉਂਦੀਆਂ। ਅੱਛਾ, ਭੈਣਾਂ ਕਿਸ ਤਰੀਕੇ ਦਾ ਖਾਣ ਪਾਣ ਰੱਖਣ, ਕਿਸ ਤਰੀਕੇ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਤਾਂ ਜੋ ਘੱਟੋ ਘੱਟ, ਜਿਵੇਂ ਤੁਸੀਂ ਦੱਸਿਆ ਵੀ ਸਰੀਰਕ ਤੌਰ ਦੇ ਉੱਤੇ ਪੇਨ ਮਹਿਸੂਸ ਹੁੰਦੀ ਹੈ ਔਰ ਚਿੜਚਿੜਾਪਨ ਆ ਜਾਂਦਾ ਹੈ, ਖੂਨ ਨਹੀਂ ਬਣਦਾ ਹੈ, ਫੇਸ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਤਾਂ ਕਿਸ ਤਰੀਕੇ ਦਾ ਖਾਣ ਪਾਣ ਰੱਖਣ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਦੇਖੋ, ਇੱਕ ਤਾਂ ਜਿਹੜੀਆਂ ਔਰਤਾਂ ਨਾ ਇਹ ਆਪਣੇ ਖਾਣ ਪੀਣ ਦਾ ਕੋਈ ਸਹੀ ਟਾਈਮ ਨਹੀਂ ਰੱਖਦੀਆਂ। ਇਹਨਾਂ ਨੂੰ ਖਾਣ ਪੀਣ ਦਾ 3 ਵੇਲੇ ਦਾ ਸਹੀ ਟਾਈਮ ਚਾਹੀਦਾ।
ਟਾਈਮ ਸਿਰ ਖਾਣ ਔਰ ਇਹ ਵੀ ਤਲੀਆਂ ਚੀਜ਼ਾਂ ਜਾਂ ਜੰਕ ਫੂਡ ਜਿਹੜਾ ਕੋਈ ਇਸ ਤਰ੍ਹਾਂ ਦਾ ਉਹ ਇਸਤੇਮਾਲ ਨਾ ਕਰਨ। ਸਾਡੇ ਘਰ ਵਿੱਚ ਕਈ ਵਾਰੀ ਕਮਰਕਸ ਹੁੰਦੀ ਆ, ਉਹਨੂੰ ਭੁੰਨ ਕੇ ਉਹਦੇ ਵਿੱਚ ਅਸਗੰਧ ਥੋੜ੍ਹੀ ਸੁੰਡ ਪਾ ਕੇ ਇਸ ਚੀਜ਼ ਨੂੰ ਥੋੜ੍ਹੀ ਖੰਡ ਪਾ ਕੇ ਜਾਂ ਮਲਤਾਨੀ ਮਿਸ਼ਰੀ ਪਾ ਕੇ ਉਹਨੂੰ ਜਿਹੜਾ ਔਰਤਾਂ ਨੂੰ ਜਿਨ੍ਹਾਂ ਨੂੰ ਕੋਈ ਲੱਕ ਦਰਦ ਜਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏ ਤੇ ਉਹ ਲੈਣ, ਇਹ ਬਹੁਤ ਹੀ ਫਾਇਦਾ ਦਿੰਦੀ ਆ। ਪਰ ਅਸੀਂ ਤੇ ਅੱਜ ਕੱਲ੍ਹ ਇੱਥੇ ਪਹੁੰਚ ਗਏ ਆ ਵੀ ਨਹੀਂ ਇਹ ਕਰਨਾ ਪੈਣਾ। ਕਈ ਤੇ ਬੁੜੀਆਂ ਕਹਿੰਦੇ ਨਹੀਂ ਇਹ ਫੱਕੀ ਜੀ ਨਹੀਂ ਖਾਧੀ ਜਾਂਦੀ, ਉਹ ਗੋਲੀਆਂ ਲੈਣਗੀਆਂ, ਕੈਪਸੂਲ ਖਾਣੇ ਜਿਹੜੇ ਆ ਉਹ ਮਨਜ਼ੂਰ ਕਰਨਗੀਆਂ ਭਾਵੇਂ ਉਹ ਜਿੰਨੇ ਦੇ ਮਰਜ਼ੀ ਆ ਜਾਣ, ਔਰ ਫਿਰ ਉਹ ਤੋਂ ਵੀ ਆਰਾਮ ਨਾ ਆਏ, ਫਿਰ ਕਹਿੰਦੇ ਅਸੀਂ ਤਾਂ ਬੜੀ ਦਵਾਈ ਖਾਧੀ ਸਾਨੂੰ ਆਰਾਮ ਨਹੀਂ ਆਇਆ। ਪਰ ਉਹ ਸਹੀ ਡਾਇਗਨੋਜ਼ ਦੀ ਲੋੜ ਆ, ਸਹੀ ਟਰੀਟਮੈਂਟ ਦੀ ਲੋੜ ਆ, ਉਹ ਸਹੀ ਟਰੀਟਮੈਂਟ ਫੱਕੀ ਆਪਣੇ ਰਸੋਈ 'ਚ ਪਏ ਸਮਾਨ ਨਾਲ ਵੀ ਤਿਆਰ ਹੋ ਜਾਂਦੀ। ਹਾਂ ਉਹਦੇ ਨਾਲ ਹੀ ਤਿਆਰ ਹੋਣੀ। ਇਹ ਸਭ ਚੀਜ਼ਾਂ ਸਾਡੇ ਘਰ 'ਚ ਪਈਆਂ ਹੁੰਦੀਆਂ, ਪਰ ਉਹ ਖਾਣ ਦਾ ਹੀ ਜਿਹੜਾ ਨਾ ਉਹ ਹੁਣ ਲੂਣ ਅਤੇ ਜਵੈਣ ਅਤੇ ਤੁੰਮੇ ਆਵੇਂ ਹੀ ਆਉਂਦੇ ਆ। ਬੁੜੀਆਂ ਪਹਿਲੀਆਂ ਤੁੰਮੇ 'ਚ ਲੂਣ ਪਾ ਕੇ ਜਵੈਣ ਅਤੇ ਉਹਨੂੰ ਧੁੱਪੇ ਰੱਖ ਕੇ ਅਤੇ ਕੁੱਟ ਕੇ ਵਿੱਚ ਲੂਣ ਮਿਲਾ ਕੇ ਅਤੇ ਉਹਨਾਂ ਘਰ ਰੱਖ ਛੱਡਣਾ। ਜਦੋਂ ਕਿਸੇ ਢਿੱਡ ਪੀੜ ਹੋਣੀ ਜਾਂ ਵੈਸੇ ਰੋਟੀ ਤੋਂ ਬਾਅਦ ਬੱਚਿਆਂ ਨੂੰ ਦੇ ਦੇਣੇ। ਅਤੇ ਅੱਜ ਕੱਲ੍ਹ ਕੌਣ ਜੇ ਜਵੈਣ ਉਸ ਤਰ੍ਹਾਂ ਕਹੋ ਅਤੇ ਉਹ ਵੀ ਨਹੀਂ ਲੱਭਦੀ ਕਈ ਵਾਰੀ ਕਈ ਘਰਾਂ 'ਚੋਂ। ਇਸ ਕਰਕੇ ਸਾਨੂੰ ਆਪਣੀ ਰਸੋਈ 'ਚੋਂ ਬੜਾ ਕੁਝ ਲੱਭਦਾ, ਪਰ ਅਸੀਂ ਉਹਨੂੰ ਖਾਣ ਲਈ ਜਾਂ ਉਹਨੂੰ ਇਸਤੇਮਾਲ ਕਰਨ ਲਈ ਤਿਆਰ ਨਹੀਂ ਹੈਗੇ। ਸਾਨੂੰ ਜਿਹੜਾ ਇਹ ਜਿਹੜੀਆਂ ਆਯੁਰਵੈਦਿਕ ਬੂਟੀਆਂ ਹੁਣ ਵੇਖੋ ਕਹਿੰਦੇ ਆ ਦੇਸੀ ਦਵਾਈ 'ਚ ਨੁਕਸਾਨ ਹੁੰਦਾ। ਕਾਲੀ ਮਿਰਚ ਕੀ ਆ? ਦੇਸੀ ਦਵਾਈ ਨਹੀਂ। ਲੌਂਗ ਕੀ ਆ? ਦੇਸੀ ਦਵਾਈ ਨਹੀਂ। ਦਾਲਚੀਨੀ ਆ? ਦੇਸੀ ਦਵਾਈ ਨਹੀਂ। ਬਾਜੂਆ ਖਤਾਈ ਦੇ ਫੁੱਲ ਚਾਹ 'ਚ ਪਾਉਂਦੇ ਉਹ ਦੇਸੀ ਦਵਾਈ ਨਹੀਂ। ਅਜਵੈਣ ਆ ਉਹ ਦੇਸੀ ਦਵਾਈ ਨਹੀਂ। ਮਗਾ ਆ ਉਹ ਦੇਸੀ ਦਵਾਈ ਨਹੀਂ। ਇਹ ਸਾਰੀਆਂ ਹੀ ਚੀਜ਼ਾਂ ਜਿੰਨੀਆਂ ਹੀ ਮਸਾਲੇ ਦੂਜੀਆਂ ਚੀਜ਼ਾਂ ਇਸਤੇਮਾਲ ਕਰਦੇ ਆ ਉਹ ਸਾਰੀ ਦੇਸੀ ਦਵਾਈਆਂ ਹੀ ਆ। ਬਹੁਤੀਆਂ ਅੰਗਰੇਜ਼ੀ ਦਵਾਈਆਂ ਵੀ ਜੋ ਆ ਉਹਨਾਂ ਦੇ ਵਿੱਚ ਵੀ ਹੁਣ ਬਹੁਤ ਜ਼ਿਆਦਾ ਅੰਗਰੇਜ਼ੀ ਦਵਾਈਆਂ ਨਾਲੋਂ ਹੀ ਦੇਸੀ ਦਵਾਈਆਂ ਜਿਹੜੀਆਂ ਜ਼ਿਆਦਾ ਵਧੀਆ ਬਣਾ ਦਿੱਤੀਆਂ ਗਈਆਂ। ਬਾਹਰਲੇ ਦੇਸ਼ਾਂ ਵਿੱਚ ਦੇਸੀ ਦਵਾਈਆਂ ਹਲਦੀ ਨੂੰ ਹੋਰ ਕਈ ਐਸੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਪੈਟ ਕਰਾ ਲਈਆਂ ਔਰ ਉਹ ਉਹਨਾਂ ਦਵਾਈਆਂ ਦੇ ਫਾਇਦੇ ਲੈ ਰਹੇ ਆ ਔਰ ਉਸ ਚੀਜ਼ 'ਤੇ ਇਤਬਾਰ ਕਰਦੇ ਆ। ਸਾਡੇ ਲੋਕ ਜਿਹੜੇ ਆ ਉਹ ਸੁਣੀ ਕਈ ਚੀਜ਼ਾਂ ਨੂੰ ਸੁਣ ਕੇ ਪਸੰਦ ਕਰਦੇ ਆ, ਕਈ ਅਪਣਾ ਲੈਂਦੇ ਆ। ਜਿਹੜੇ ਅਪਣਾ ਲੈਂਦੇ ਆ ਦੇਸੀ ਦਵਾਈ ਨੂੰ ਕਿਉਂਕਿ ਉਹ ਉਹਨਾਂ ਨੂੰ ਫਾਇਦਾ ਹੋ ਜਾਂਦਾ। ਗੁਰਬਾਣੀ 'ਚ ਕਿਹਾ ਜੋ ਬ੍ਰਹਮੰਡੇ ਸੋਈ ਪਿੰਡੇ। ਜਿੰਨੇ ਤੱਤ ਸਾਡੀ ਸ੍ਰਿਸ਼ਟੀ 'ਤੇ ਹੈਗੇ ਆ ਜਿਸ ਤਰ੍ਹਾਂ ਲੋਹਾ, ਤਾਂਬਾ, ਕਲੀ, ਸਿੱਕਾ ਜਾਂ ਤਰਵੰਗ ਭਸਮ ਬਣਾਉਣੇ ਆ 'ਚ 3 ਭਸਮਾਂ ਪੈਂਦੀਆਂ। ਹਾਂਜੀ ਲੋਹ ਭਸਮ ਆ, ਸਵਰਨ ਵਾਂਗਿਆ, ਸੋਨੇ ਦਾ ਕੁਸ਼ਤਾ ਵੀ ਜ਼ਮੀਨ 'ਚੋਂ ਨਿਕਲਦਾ, ਚਾਂਦੀ ਆ। ਇਹ ਸਾਰੀਆਂ ਜਿੰਨੇ ਵੀ ਤੱਤ ਆ ਜਿਸ ਤਰ੍ਹਾਂ ਹੀਰਾ, ਮੋਤੀ, ਅੰਬਰ, ਸਾਡੇ ਨੀਲਮ, ਇਹਨਾਂ ਦੀਆਂ ਭਸਮਾਂ ਸਾਡੇ ਵਰਤੋਂ 'ਚ ਆਉਂਦੀਆਂ। ਇਹ ਸਭ ਸ੍ਰਿਸ਼ਟੀ ਦੇ ਤੱਤ ਆ। ਉਹ ਜਿੰਨੇ ਤੱਤ ਵੀ ਸਾਰੇ ਹੈਗੇ ਆ, ਜੇ ਮੈਂ ਸਾਰੇ ਦੱਸਣ ਲੱਗੂੰਗਾ ਤਾਂ ਬਹੁਤ ਟਾਈਮ ਲੱਗ ਜੂਗਾ। ਉਹ ਸਾਰੇ ਸਾਡੇ ਸਰੀਰ 'ਚ ਆ। ਅਸੀਂ ਇਹ ਵੇਖਣਾ ਹੁੰਦਾ ਕਿ ਜਿਹੜਾ ਸਾਡੇ ਕੋਲ ਪੇਸ਼ੈਂਟ ਆਇਆ ਉਹਦੇ ਕਿਹੜੇ ਤੱਤ ਘਟੇ ਆ, ਕਿਸ ਕਾਰਨ ਘਟੇ ਆ, ਉਹ 'ਚ ਕੀ ਸਰੀਰ 'ਚ ਕਮੀ ਹੈ। ਨਬਜ਼ ਵੇਖਣੀ ਹੁੰਦੀ ਆ। ਨਬਜ਼ 'ਚ ਵਾਤ, ਪਿੱਤ, ਕਫ ਇਹ ਵੇਖੀਦਾ। ਫਿਰ ਸਾਨੀਪਤ ਬਣ ਜਾਂਦਾ। ਜਿਨ੍ਹਾਂ 'ਚ ਵਾਤ, ਪਿੱਤ, ਕਫ ਰਲ ਜਾਂਦੀ ਆ ਉਹ ਖਾਣਾ ਖਾਂਦੇ ਉਹਨਾਂ ਨੂੰ ਪੋਟੀ ਆ ਜਾਂਦੀ ਆ। ਉਹ ਕੁਝ ਖਾਂਦੇ ਉਹਨਾਂ ਨੂੰ ਪੋਟੀ ਆ ਜਾਂਦੀ ਆ। ਪੇਟ 'ਚ ਗੜਬੜ ਰਹਿੰਦੀ ਆ, ਪੋਟੀ ਸਹੀ ਤਰ੍ਹਾਂ ਨਹੀਂ ਆਉਂਦੀ, ਬਾਰ-ਬਾਰ ਆਉਂਦੀ ਆ। ਉਹ ਚੀਜ਼ਾਂ ਜਿਹੜੀਆਂ ਨਾ ਉਹ ਜਿੰਨਾ ਚਿਰ ਕਿਸੇ ਸਿਆਣੇ ਵੈਦ ਕੋਲ ਵਿਖਾਲ ਕੇ ਨਾ ਦਵਾਈ ਲਈਏ ਉਹਨਾਂ ਦੀ ਠੀਕ ਨਹੀਂ ਹੁੰਦੀ ਆ। ਅੱਜ ਕੱਲ੍ਹ ਕੀ ਆ, ਪੁਰਾਣੇ ਵੈਦ ਜਿਹੜੇ ਆ ਉਹ ਨਾਲ ਹੀ ਲੈ ਕੇ ਨੁਕਸੇ ਆਪਣੇ ਮਰ ਗਏ। ਉਹਨਾਂ ਨੇ ਗਾਂਹ ਨੁਕਸੇ ਦਿੱਤੇ। ਬਹੁਤ ਘੱਟ ਜਿਹੜੇ ਸਿਆਣੇ ਵੈਦ ਜਿਹੜੇ ਰਹਿ ਗਏ ਆ ਜਿਹੜੇ ਜਿਨ੍ਹਾਂ ਕੋਲ ਦੇਸੀ ਦਵਾਈਆਂ ਹੈ ਔਰ ਉਹ ਬਹੁਤ ਫਾਇਦਾ ਕਰਦੀਆਂ। ਇਤਬਾਰ ਕਰਕੇ ਪਰਮਾਤਮਾ ਦੀ ਬਣੀਆਂ ਕੁਦਰਤੀ ਚੀਜ਼ਾਂ ਜਿਨ੍ਹਾਂ ਕੋਲ ਹੈਗੀਆਂ ਸਹੀ ਤਰੀਕੇ ਨਾਲ ਪਤਾ ਲੱਗ ਜਾਂਦਾ ਵੀ ਇੱਥੇ ਸਹੀ ਸੌਦਾ ਮਿਲਦਾ, ਉੱਥੋਂ ਲੈਣੀਆਂ ਚਾਹੀਦੀਆਂ। ਅੱਛਾ ਆਹ ਬਹੁਤ ਸਾਰਾ ਸਮਾਨ ਆਪਾਂ ਦੇਖ ਰਹੇ ਹਾਂ ਤੁਹਾਡੇ ਕੋਲ ਵੀ ਸਾਹਮਣੇ ਪਿਆ। ਅਲੱਗ ਸਾਰੀਆਂ ਜੜੀ ਬੂਟੀਆਂ ਹੀ ਰਹੀਆਂ ਨੇ, ਮੈਨੂੰ ਲੱਗਦਾ ਆਮ ਮਿਲ ਵੀ ਜਾਂਦੀਆਂ ਹੋਣਗੀਆਂ, ਪਰ ਨਾ ਤਾਂ ਇਹਨਾਂ ਦੀ ਪਹਿਚਾਣ ਰਹਿ ਗਈ ਹੈ ਅੱਜ ਕੱਲ੍ਹ, ਕਿਉਂਕਿ ਬਜ਼ੁਰਗ ਤੁਸੀਂ ਵੀ ਦੱਸਿਆ ਵੀ ਉਹ ਨਾਲ ਹੀ ਲੈ ਗਏ ਸਾਰਾ ਕੁਝ। ਔਰ ਇਹਨਾਂ ਦੀ ਨੌਲੇਜ ਹੋਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਕਹਿੰਦੇ ਇਹਨਾਂ ਦੇ ਨਾਲ ਹਟ ਜਾਂਦੀਆਂ ਨੇ। ਇਹਦੇ ਵਿੱਚ ਕੋਈ ਨੁਸਖਾ ਕੋਈ ਦੱਸ ਸਕਦੇ ਹੋ ਤਿਆਰ ਕਰਕੇ? ਦੇਖੋ ਸਭ ਨੂੰ ਤਾਂ ਪਹਿਲੀ ਗੱਲ ਆ, ਹਰ ਇੱਕ ਚੀਜ਼ ਜਿਹੜੀ ਆ ਡੁਪਲੀਕੇਟ ਆ ਗਈ ਆ। ਕੇਸਰ ਡੁਪਲੀਕੇਟ, ਹਿੰਗ ਡੁਪਲੀਕੇਟ, ਕਾਲਾ ਜੀਰਾ ਡੁਪਲੀਕੇਟ, ਮਗਾ ਡੁਪਲੀਕੇਟ, ਸਲਾਜੀ ਡੁਪਲੀਕੇਟ, ਮੁਸੱਬਰ ਡੁਪਲੀਕੇਟ। ਇਸ ਤਰ੍ਹਾਂ ਆਪਣਾ ਜਿਹੜਾ ਸਾਲੋ ਪੰਜਾ ਜਿਹੜਾ ਤਾਕਤ ਵਾਸਤੇ ਪੈਂਦਾ ਉਹ ਵੀ ਡੁਪਲੀਕੇਟ, ਸਾਲੋ ਮਿਸ਼ਰੀ ਡੁਪਲੀਕੇਟ। ਹਰ ਚੀਜ਼ ਜਿਹੜੀ ਆ ਉਹ ਡੁਪਲੀਕੇਟ ਇੰਡੀਆ 'ਚ ਆ ਗਏ। ਡੁਪਲੀਕੇਸੀ ਸਭ ਤੋਂ ਅੱਗੇ ਆ। ਸਾਨੂੰ ਪਹਿਚਾਣ ਆ
ਪਹਿਚਾਣ ਕਰਕੇ ਹੀ ਸਾਡੇ ਨੁਕਸੇ ਜਿਹੜੇ ਆ ਕਾਮਯਾਬ ਹੁੰਦੇ ਆ। ਅਸੀਂ ਵੇਖ ਕੇ ਲਿਆਉਂਦੇ ਆ। ਹੁਣ ਕਸਤੂਰੀ ਆ 30,000 ਨੂੰ ਤੋਲਾ, ਜਿਹਨੂੰ ਪਛਾਣ ਨਹੀਂ ਹੈਗੀ ਉਹਨੂੰ ਬਿਲਕੁਲ ਉਹਨੂੰ ਕੂੜਾ ਹੀ ਦੇ ਦਿੰਦੇ ਆ। ਕੇਸਰ ਜਿਹੜਾ ਵਾ ਉਹ ਰੰਗ ਕੀਤਾ ਹੁੰਦਾ, ਉਹਨਾਂ ਉਹੋ ਜਿਹਾ ਇੱਕ ਬੂਟੀ ਜੀ ਹੁੰਦੀ ਉਹ ਦੇਈ ਜਾਂਦੇ ਆ। ਉਹਨੇ ਕੀ ਕੰਮ ਕਰਨਾ? ਇਸ ਕਰਕੇ ਸਾਨੂੰ ਇਹ ਚੀਜ਼ਾਂ ਦੀ ਪਹਿਚਾਣ ਹੋਏ। ਲੋਕ ਕਹਿ ਦਿੰਦੇ ਆ ਤੋਂ ਨੈੱਟ ਤੋਂ ਸੁਣ ਕੇ ਵੀ ਆਹ ਚੀਜ਼ ਜਿਹੜੀ ਆ ਦੱਸੀ ਆ ਉਹ ਬਾਜ਼ਾਰੋਂ ਖਰੀਦ ਕੇ ਲਿਆ ਕੇ ਬਣਾਉਂਦੇ ਆ, ਤੇ ਕੰਮ ਨਹੀਂ ਕੀਤਾ, ਵੈਦ ਨੇ ਐਵੇਂ ਹੀ ਕਹਿ ਦਿੱਤਾ। ਪਰ ਨਹੀਂ, ਉਹ ਡੁਪਲੀਕੇਟ ਹੁੰਦੀਆਂ। ਸਹੀ ਚੀਜ਼ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਕੋਈ ਨੁਸਖਾ ਕੋਈ ਦੱਸਣਾ ਚਾਹੁੰਦੇ ਸੀਗੇ ਤੁਸੀਂ ਵੀ ਆਮ ਆਪਾਂ ਸਮਾਨ ਲਿਆ ਸਕਦੇ ਆ, ਪਰ ਪਛਾਣ ਹੋਣੀ ਜ਼ਰੂਰੀ ਆ, ਉਹਦੀ ਵਿਧੀ ਆਉਣੀ ਜ਼ਰੂਰੀ ਹੈ। ਕੋਈ ਇੱਕ ਅੱਧੀ ਵਿਧੀ ਦਰਸ਼ਕਾਂ ਨਾਲ ਸਾਂਝੀ ਜ਼ਰੂਰ ਕਰਿਓ, ਤਾਂ ਜੋ ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ। ਚਲੋ ਘੱਟੋ ਘੱਟ ਆਪਣੇ ਘਰ ਬੈਠੇ ਬਿਮਾਰੀ ਨੂੰ ਵਧਣ ਤੋਂ ਤਾਂ ਰੋਕ ਹੀ ਸਕਣਗੇ। ਜਿਸ ਤਰ੍ਹਾਂ ਮਰਦਾਂ ਦੇ ਵਾਸਤੇ ਕਮਜ਼ੋਰੀ ਵਾਸਤੇ ਪੰਜਾ ਸਾਲ ਮਿਸ਼ਰੀ, ਅਕਰਕਰਾ, ਜੁੱਧ, ਰੇਗਮਾਈ, ਸੋਨਾ ਭਸਮ, ਚਾਂਦੀ ਭਸਮ, ਸਲਾਜੀਤ, ਇਸ ਤਰ੍ਹਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਬ੍ਰਾਹਮਣ ਸਫੇਦ, ਬ੍ਰਾਹਮਣ ਸੁਰਖ, ਤੋਤਰੀ, ਇਹ ਚੀਜ਼ਾਂ ਹੈਗੀਆਂ। ਪਰ ਇਹਦੀ ਮਕਦਾਰ ਵੱਖੋ ਵੱਖ ਆ, ਔਰ ਇਹਨੂੰ ਬਣਾਉਣ ਦਾ ਤਰੀਕਾ ਆ। ਅਤੇ ਸਾਰੇ ਨੈੱਟ 'ਤੇ ਅਸੀਂ ਵੀ ਨੈੱਟ 'ਤੇ ਇਹ ਚੀਜ਼ਾਂ ਦੱਸ ਦਿੰਦੇ ਹਾਂ, ਪਰ ਜਿੰਨਾ ਚਿਰ ਕਿਸੇ ਕੋਲ ਸਿੱਖੀਆਂ ਨਾ ਬਣਾਉਣ ਵਾਸਤੇ ਹੋਣ, ਉਹਨਾਂ ਚਿਰ ਇਹ ਪੂਰਾ ਅਸਰ ਨਹੀਂ ਕਰਦੀਆਂ। ਅਤੇ ਲੋਕ ਕਹਿਣ ਦਾ ਵੀ ਐਵੇਂ ਹੀ ਦੱਸਿਆ, ਇਹਦੇ 'ਚ ਕੁਛ ਨਹੀਂ ਹੈਗਾ। ਇਹ ਬਣਾਉਣ ਦੇ ਤਰੀਕੇ ਆ, ਇਹਨਾਂ ਦੀ ਰਗੜਾਈ ਦਾ ਤਰੀਕਾ ਆ। ਵੀ ਕਿਸੇ ਨੂੰ ਗੁਲਾਬ ਦੇ ਅਰਕ 'ਚ ਰਗੜਨਾ, ਕਿਸੇ ਨੂੰ ਸੌਂਫ ਦੇ ਅਰਕ 'ਚ ਰਗੜਨਾ, ਕਿਸੇ ਨੂੰ ਪਾਨ ਦੇ ਅਰਕ ਵਿੱਚ ਰਗੜਨਾ, ਕਿਸੇ ਨੂੰ ਬਜੂਰੀ ਸ਼ਰਬਤ 'ਚ ਰਗੜਨਾ। ਇਹ ਸਾਰੇ ਵਿਧੀਆਂ ਆ, ਵਿਧੀਆਂ ਦੇ ਨਾਲ ਹੀ ਨੁਕਸੇ ਕੰਮ ਕਰਦੇ ਆ। ਭਸਮਾਂ ਬਣਾਉਣੀਆਂ ਜਿਹੜੀਆਂ ਵਾ, ਉਹ ਵੀ ਜਿਹੜੀਆਂ ਵਾ ਬੜੀ ਵਿਧੀ ਨਾਲ ਬਣਾਉਣੀਆਂ ਪੈਂਦੀਆਂ ਵਾ। ਕੁਝ ਭਸਮਾਂ ਅਸੀਂ ਜਿਹੜੀਆਂ ਵਾ ਉਹ ਵਧੀਆ ਤੋਂ ਵਧੀਆ ਕੰਪਨੀਆਂ ਦੀਆਂ, ਜਿਸ ਤਰ੍ਹਾਂ ਸਿੱਧ ਮੁਕਰਤਵਾਜਿਆ ਜਾਂ ਹੋਰ ਇਸ ਤਰ੍ਹਾਂ ਕੋਈ ਜਿਹੜੀਆਂ ਚੀਜ਼ਾਂ ਆ ਅਸੀਂ ਉਹ ਬਾਜ਼ਾਰੋਂ ਲੈਂਦੇ ਹਾਂ। ਚੰਗੀ ਵਧੀਆ ਕੰਪਨੀ ਦੀਆਂ ਲਵਾਂਗੇ ਅਤੇ ਉਹਨਾਂ ਨੇ ਕੰਮ ਕਰਨਾ ਵਾ, ਮਾੜੀ ਕੰਪਨੀ ਨੇ ਕੰਮ ਨਹੀਂ ਕਰਨਾ। ਜਾਂਦੇ ਜਾਂਦੇ ਅੱਜ ਕੱਲ੍ਹ ਨਾ ਇੱਕ ਸਮੱਸਿਆ ਜਿਹੜੀ ਗੋਡਿਆਂ ਦੀ ਸਮੱਸਿਆ ਬਹੁਤ ਹੈ, ਗੋਡੇ ਦਰਦਾਂ ਦੀ। ਚਾਹੇ ਨੌਜਵਾਨ ਵੀ ਕਹੀ ਜਾਂਦੇ ਗੋਡੇ ਦਰਦ ਨੇ, ਬਜ਼ੁਰਗ ਵੀ ਕਹੀ ਜਾਂਦੇ ਗੋਡੇ ਦਰਦ ਨੇ। ਇਹਨਾਂ ਵਾਸਤੇ ਕੀ ਕਰਨ? ਥੋੜ੍ਹਾ ਸ਼ਾਰਟ ਦੇਖੋ, ਜਿਹੜੇ ਗੋਡਿਆਂ ਦਾ ਪ੍ਰੋਬਲਮ ਨੇ, ਪਹਿਲੀ ਤਾਂ ਗੱਲ ਆ ਕਿ ਸਾਡੀ ਖੁਰਾਕ ਨੇ ਸਭ ਕੁਝ ਵਿਗਾੜਿਆ। ਗੋਡਿਆਂ ਵਿੱਚ ਜ਼ਖਣੀ ਨਹੀਂ ਬਣਦੀ। ਦੂਸਰੀ ਗੱਲ ਹੈ ਯੂਰਿਕ ਐਸਿਡ ਵਧਿਆ ਹੁੰਦਾ, ਜਿਹੜਾ ਕਿ ਐਸਿਡ ਮੈਨੇ ਤੇਜ਼ਾਬੀ ਮਾਦਾ ਵੱਧ ਜਾਂਦਾ, ਉਹ ਸਾਡੇ ਇੱਕ ਇੱਕ ਜੋੜ 'ਚ ਜਾ ਕੇ ਉੱਥੋਂ ਜ਼ਖਣੀ ਨੂੰ ਕੱਢ ਦਿੰਦਾ ਤੇਜ਼ਾਬ। ਗੋਡਿਆਂ ਦੇ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਆ, ਗੋਡੇ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਆ, ਗੋਡਿਆਂ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ, ਗੋਡਿਆਂ ਵਿੱਚ ਸਵੈਲਿੰਗ ਆ ਜਾਂਦੀ, ਸੋਜ ਆ ਜਾਂਦੀ ਆ, ਗੋਡਿਆਂ 'ਚ ਗੈਪ ਪੈ ਜਾਂਦਾ। ਬਹੁਤ ਸਾਰੀਆਂ ਐਸੀਆਂ ਹੋਰ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ। ਸਾਨੂੰ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਣਾ ਚਾਹੀਦਾ, ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ। ਜਿਨ੍ਹਾਂ ਨੂੰ ਯੂਰਿਕ ਐਸਿਡ ਆ, ਉਹਨਾਂ ਨੂੰ ਛਿੱਲੜ ਵਾਲੀਆਂ ਦਾਲਾਂ ਨਹੀਂ ਖਾਣੀਆਂ ਚਾਹੀਦੀਆਂ। ਚਾਵਲ, ਕੜੀ, ਰਾਜਮਾ, ਕਾਲੇ ਛੋਲੇ, ਪਨੀਰ, ਸਾਗ, ਇਹੋ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਨਹੀਂ ਤਾਂ ਉਹਨਾਂ ਨੂੰ ਜਿਸ ਤਰ੍ਹਾਂ ਸ਼ੂਗਰ ਦੀ ਸਾਰੀ ਉਮਰ ਦਵਾਈ ਖਾਣੀ ਪੈਂਦੀ ਆ, ਯੂਰਿਕ ਐਸਿਡ ਵਾਲੇ ਨੂੰ ਵੀ ਸਾਰੀ ਉਮਰ ਦਵਾਈ ਖਾਣੀ ਪਊ। ਕਹਿਣਗੇ ਵੈਦ ਜੀ ਨੇ ਸਭ ਕੁਝ ਬੰਦ ਕਰਾਤਾ, ਖਾਈਏ ਕੀ ਫਿਰ? ਉਹ ਦੱਸਿਓ। ਧੋਤੀਆਂ ਦਾਲਾਂ ਸਾਰੀਆਂ ਖਾ ਸਕਦੇ ਜੇ, ਸਬਜ਼ੀਆਂ ਸਾਰੀਆਂ ਖਾ ਸਕਦੇ ਜੇ, ਬੈਂਗਣ ਨਾ ਖਾਓ। ਹਾਂ, ਜਿਹੜੀਆਂ ਸਾਰੀਆਂ ਧੋਤੀਆਂ ਦਾਲਾਂ ਕੋਈ ਮਨਾ ਨਹੀਂ ਹੈਗੀ, ਸਾਰੀਆਂ ਸਬਜ਼ੀਆਂ ਖਾ ਸਕਦੇ ਜੇ। ਸਿਰਫ ਛਿਲਕੇ ਵਾਲੀਆਂ ਦਾਲਾਂ ਜਿਹੜੀਆਂ ਨਾ ਉਹ ਮਨਾ ਕਰੋ, ਕਾਲੇ ਛੋਲੇ ਮਨਾ ਕਰੋ, ਰਾਜਮਾਂਹ ਮਨਾ ਕਰੋ, ਪਨੀਰ, ਸਾਗ, ਚਾਵਲ, ਕੜੀ। ਇਹਦੇ ਨਾਲ ਯੂਰਿਕ ਐਸਿਡ ਜੇ ਵਧੇਗਾ, ਤੁਹਾਡੇ ਅੰਗ ਵਿੱਚ ਪੀੜਾਂ ਹੋਣਗੀਆਂ, ਗੈਂਠੀਆ ਵੀ ਹੋਣ ਦਾ ਡਰ ਆ, ਗੋਡੇ ਦਰਦ, ਤੁਹਾਡੇ ਸਾਰੇ ਜੋੜਾਂ ਦੇ ਵਿੱਚ ਜਿਹੜਾ ਉਹ ਦਰਦ ਆ ਜਾਏਗਾ। ਮੈਂ ਬਹੁਤ ਆਮ ਤੌਰ 'ਤੇ ਵੇਖਿਆ ਕਿ ਕਈ ਪੇਸ਼ੈਂਟ ਕਹਿੰਦੇ ਆ ਉੱਥੇ ਜਿਹੜਾ ਲੈਵਲ ਲਿਖਿਆ ਹੁੰਦਾ ਵੀ 6 ਤੋਂ ਬਾਅਦ ਹੋ ਜਾਏ ਤਾਂ ਜ਼ਿਆਦਾ ਵਾ, ਅਤੇ ਜੇ 6 ਹੋ ਜਾਏ ਤਾਂ ਉਹ ਤਾਂ ਬਿਲਕੁਲ ਬਾਰਡਰ ਲਾਈਨ 'ਤੇ ਆ ਗਿਆ, ਉਹ ਵਧਿਆ ਹੀ ਸਮਝੋ। ਇਹਨੂੰ ਉਹ ਸਮਝਦੇ ਨਹੀਂ। ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ, ਅਤੇ ਉਹਦਾ ਇਲਾਜ ਕਰਾਓ ਤਰੀਕੇ ਦੇ ਨਾਲ। ਡਾਈਟ ਸਹੀ ਰੱਖੋ, ਖਾਣਾ ਪੀਣਾ ਸਹੀ ਰੱਖੋ, ਅਤੇ ਆਪਣੀ ਸਿਹਤ ਨੂੰ ਕਾਇਮ ਰੱਖੋ, ਅਤੇ ਸਹੀ ਬੰਦੇ ਕੋ, ਸਹੀ ਵੈਦ ਕੋ, ਸਹੀ ਡਾਕਟਰ ਕੋ ਦਵਾਈ ਖਾਓ, ਜਿਹਦੇ ਨਾਲ ਤੁਹਾਡੇ ਇਹ ਨੁਕਸ ਹਟ ਜਾਣ ਅਤੇ ਤੁਹਾਡੀ ਜ਼ਿੰਦਗੀ ਸੁਖੀ ਹੋ ਸਕੇ ਅਤੇ ਤੁਸੀਂ ਚੰਗੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਸਕੋ। ਜੀ ਬਹੁਤ ਸਾਰੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਜਾਣਨਾ ਚਾਹੁੰਦੇ ਨੇ ਵੀ ਤੁਹਾਡੇ ਨਾਲ ਸੰਪਰਕ ਕਿਵੇਂ ਕਰੀਏ। ਆਪਣਾ ਕੋਈ ਫ਼ੋਨ ਨੰਬਰ ਜ਼ਰੂਰ ਸਾਂਝਾ ਕਰ ਦਿਓ। ਦੇਖੋ ਜੀ, ਮੇਰਾ 9815144706 ਇਹ ਮੇਰਾ ਪੰਜਾਬ ਦਾ ਡਿਸਟ੍ਰਿਕਟ ਗੁਰਦਾਸਪੁਰ ਦਾ ਨੰਬਰ ਹੈ। ਇੱਕ ਸਾਡਾ ਕਲੀਨਿਕ ਜੋ ਆ ਉਹ ਦਿੱਲੀ ਵਿੱਚ ਆ, ਸ਼ਾਸਤਰੀ ਨਗਰ ਵਿੱਚ, ਉੱਥੇ ਵੀ ਇਹੋ ਹੀ ਨੰਬਰ ਚੱਲਦਾ। ਅਸੀਂ ਉੱਥੇ ਮਹੀਨੇ 'ਚ 2 ਵਾਰੀ ਜਾਂਦੇ ਹਾਂ, 19, 20 ਅਤੇ 5, 6 ਤਰੀਕ ਨੂੰ ਉੱਥੇ ਅਸੀਂ ਬਹਿੰਦੇ ਹਾਂ। ਉੱਥੇ ਵੀ ਸਾਡੇ
ਸਬ ਸਟੇਟ ਦਿੱਲੀ 'ਚ ਸਬ ਸਟੇਟਾਂ ਦੇ ਲੋਕ ਆ, ਉੱਥੇ ਸਾਡੇ ਕੋਲ ਭਾਂਤ ਦੇ ਲੋਕ ਆਣ ਕੇ ਤੇ ਦੇਸੀ ਦਵਾਈਆਂ ਦਾ ਫਾਇਦਾ ਲੈਂਦੇ ਆ। ਬਾਹਰਲੇ ਦੇਸ਼ਾਂ 'ਚ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸਾਡੀ ਦਵਾਈ ਜਾਂਦੀ ਆ ਤੇ ਪਰਮਾਤਮਾ ਦੀ ਬਖਸ਼ਿਸ਼ ਆ। ਦਵਾਈ ਤੇ ਨੀਅਤ ਨਾਲ ਦਵਾਈ ਦਿੰਦੇ ਆ, ਅਸੀਂ ਕਿਸੇ ਨਾਲ ਧੋਖਾਧੜੀ ਕਰਨ ਵੱਲ ਬਿਲਕੁਲ ਨਹੀਂ ਜਾਂਦੇ। ਸੋਨੇ ਦੀ ਰੋਟੀ ਨਹੀਂ ਖਾ ਲੈਣੀ ਜੇ ਧੋਖਾਧੜੀ ਕਰਾਂਗੇ। ਇਸ ਕਰਕੇ ਉਸ ਵਾਹਿਗੁਰੂ ਤੇ ਪਰਮਾਤਮਾ ਦੇ ਭਰੋਸਾ ਰੱਖ ਕੇ ਔਰ ਪਰਮਾਤਮਾ ਦੀਆਂ ਬਣਾਈਆਂ ਜੜੀ ਬੂਟੀਆਂ ਦੇ ਭਰੋਸਾ ਰੱਖ ਕੇ ਤੇ ਅਸੀਂ ਦਵਾਈ ਦਿੰਦੇ ਆ ਤੇ ਲੋਕਾਂ ਨੂੰ ਆਰਾਮ ਆਉਂਦਾ। ਠੀਕ ਹੈ ਵੈਦ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਉਹ ਬੜੀਆਂ ਕੀਮਤੀ ਗੱਲਾਂ ਤੁਸੀਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਦੱਸੀਆਂ ਔਰ ਖਾਸ ਤੌਰ ਦੇ ਉੱਤੇ ਤੁਹਾਨੂੰ ਕੁਝ ਨੁਸਖੇ ਵੀ ਜਿਹੜੇ ਨੇ ਵੈਦ ਜੀ ਦੇ ਵੱਲੋਂ ਦੱਸੇ ਗਏ ਨੇ, ਜਿਨ੍ਹਾਂ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ, ਸਹੀ ਵਿਧੀ ਦੇ ਨਾਲ ਜੇਕਰ ਘਰ ਦੇ ਵਿੱਚੋਂ ਸਮਾਨ ਜਿਹੜਾ ਹੈਗਾ ਉਸ ਨੂੰ ਇਸਤੇਮਾਲ ਕਰਕੇ ਵਰਤ ਲਓ ਤਾਂ ਉਹ ਉਸ ਦੇ ਨਾਲ ਤੁਹਾਡਾ ਜਿਹੜਾ ਸਮੱਸਿਆਵਾਂ ਨੇ ਉਹ ਘੱਟੋ ਘੱਟ ਰੁਕ ਜ਼ਰੂਰ ਜਾਣਗੀਆਂ, ਕਿਉਂਕਿ ਆਯੁਰਵੇਦ ਦੇ ਵਿੱਚ ਸਾਰੇ ਇਲਾਜ ਹੈਗੇ ਨੇ ਘਰ ਦੇ ਵਿੱਚ ਪਏ ਸਮਾਨ ਦੇ ਨਾਲ ਕਾਫੀ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਹੋ ਜਾਂਦਾ ਹੈ। ਹਲਦੀ ਸਾਡੇ ਲਈ ਬਹੁਤ ਗੁਣਕਾਰੀ ਹੈ, ਨਮਕ ਗੁਣਕਾਰੀ ਹੈ, ਕਾਲੀ ਮਿਰਚ ਗੁਣਕਾਰੀ ਹੈ, ਪਰ ਗੱਲ ਵਿਧੀ ਦੀ ਆਉਂਦੀ ਹੈ। ਤਾਂ ਵੈਦ ਜੀ ਨੇ ਆਪਣਾ ਨੰਬਰ ਵੀ ਸਾਂਝਾ ਕੀਤਾ ਹੈ। ਵੈਦ ਜੀ ਕਹਿਣਾ ਚਾਹੁੰਦੇ ਸੀ? ਮੈਂ ਸੁਖਵਿੰਦਰ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇੱਥੇ ਆਣ ਕੇ ਤੇ ਇੰਟਰਵਿਊ ਲਈ ਆ। ਮੈਂ ਆਯੁਰਵੈਦਿਕ ਜੜੀ ਬੂਟੀਆਂ ਬਾਰੇ ਸਭ ਨੂੰ ਜਾਣੂ ਕਰਾਇਆ ਤੇ ਇਹ ਦਵਾਈਆਂ ਬਾਰੇ, ਇਹ ਬਹੁਤ ਅਸਰਦਾਰ ਦਵਾਈਆਂ ਵਾ। ਚੰਗੇ ਵੈਦ ਜਿਹੜੇ ਕਿ ਸੁਲਝੇ ਹੋਏ ਆ, ਜਿਨ੍ਹਾਂ ਨੂੰ ਇਹਦਾ ਨੌਲੇਜ ਆ, ਉਹਨਾਂ ਕੋਲ ਦਵਾਈਆਂ ਲੈ ਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖਾਂ ਨੂੰ ਦੂਰ ਕਰਕੇ ਸੁਖੀ ਜੀਵਨ ਬਤੀਤ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਬਿਲਕੁਲ। ਤਾਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਜਿੱਥੇ ਮਾਹਰ ਡਾਕਟਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਦੀ, ਤਾਂ ਆਯੁਰਵੈਦਿਕ ਤੇ ਮਾਹਰ ਨੇ ਜਿਹੜੇ ਦੇਸੀ ਵੈਦ ਨੇ ਉਹਨਾਂ ਦੇ ਨਾਲ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ, ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਉਹ ਖਤਮ ਹੋ ਸਕਣ ਤੇ ਤੁਸੀਂ ਇੱਕ ਖੁਸ਼ਹਾਲ ਜੀਵਨ ਜੀਓ ਸਕੋ। ਫਿਲਹਾਲ ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਕਾਦੀਆਂ।